ਵਿਸਾਖ ਧੀਰਨ ਕਿਉ ਵਾਡੀਆਂ, ਜਿਨ੍ਹਾਂ ਪ੍ਰੇਮ ਵਿਸ਼ੋਹ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਤੋਹ। ਵਿਸਾਖ ਧੀਰਨ ਕਿਉ ਵਾਡੀਆਂ, ਜਿਨ੍ਹਾਂ ਪ੍ਰੇਮ ਵਿਸ਼ੋਹ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਤੋਹ। ਪੁੱਤਰ ਕਲਤਰ ਨਾ ਸੰਗ ਤਨਾ, ਹਰ ਅਵਨਾਸੀ ਓਹ। ਪਲਚ ਪਲਚ ਸਗਲੀ ਮੋਈ, ਝੂਠਾ ਧੰਦਾ ਮੋਹ। ਇਕਸ ਹਰ ਕੇ ਨਾਮ ਬਿਨ, ਅੱਗੇ ਲਈਐ ਖੋਹਿ। ਦਇਓ ਵਿਸਾਰ ਵਿਗੂਚਣਾ, ਪ੍ਰਭ ਬਿਨ ਅਵਰ ਨਾ ਕੋਇ। ਪ੍ਰੀਤਮ ਚਰਣੀ ਜੋ ਲੱਗੈ, ਤਿਨ ਕੀ ਨਿਰਮਲ ਸੋਏ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਵਿਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਭੇਟੈ ਹਰ ਸੋਏ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਵਿਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਭੇਟੈ ਹਰ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤ ਜੀਓ, ਵਡਭਾਗੀ ਹੋ ਆਪ ਜੋ ਘਰਾਂ ਦੇ ਕੰਮਾਂ ਕਾਰਾਂ ਦਾ ਤਿਆਗ ਕਰਕੇ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਾਨਕ ਸ਼ਾਹੀ ਸੰਮਤ ਦੇ ਦੂਸਰੇ ਮਹੀਨੇ ਦਾ ਉਪਦੇਸ਼ ਸਰਵਣ ਕਰਨ ਵਾਸਤੇ ਅਤੇ ਨਾਲ ਹੀ ਖਾਲਸਾ ਸਿਰਜਣਾ ਦਿਵਸ ਮਨਾਉਣ ਵਾਸਤੇ ਗੁਰੂ ਚਰਨਾਂ ਵਿੱਚ ਆਏ ਜੁੜੇ ਹੋ, ਧੰਨਤਾ ਦੇ ਯੋਗ ਹੋ। ਸਤਿਗੁਰਾਂ ਦੇ ਚਰਨਾਂ ਵਿੱਚ ਸੱਜ ਕਰਕੇ ਆਪ ਜੀ ਨੇ ਜਿੱਥੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ, ਸਮੁੱਚਾ 12 ਮਾਹਾਂ ਦਾ ਪਾਠ ਜਿਸ ਦੁਆਰਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ 12 ਮਹੀਨਿਆਂ ਦੁਆਰਾ ਆਪਣੇ ਮੂਲ ਪਰਮਾਤਮਾ ਦੇ ਨਾਲ ਜੁੜਨ ਦਾ ਉਪਦੇਸ਼ ਪ੍ਰਦਾਨ ਕੀਤਾ, ਉਸ ਦਾ ਪਾਠ ਸਰਵਣ ਕਰਕੇ ਆਪਣੇ ਸਮੇਂ ਨੂੰ ਸਫਲਾ ਕਰਨਾ ਕੀਤਾ। ਮਹੀਨੇ ਦੀ ਵਿਚਾਰ ਕਰਨ ਤੋਂ ਪਹਿਲਾਂ ਆਪਾਂ ਇਸ ਵਿਸਾਖੀ ਵਾਲੇ ਦਿਹਾੜੇ ਵੱਲ ਇੱਕ ਪੰਛੀ ਝਾਤ ਮਾਰੀਏ। ਜਦੋਂ ਆਪਾਂ ਸੰਸਾਰ ਦੀਆਂ ਕੌਮਾਂ ਦਾ ਇਤਿਹਾਸ ਵਾਸਤੇ ਬਾਚਦੇ ਹਾਂ, ਕੋਈ ਵੀ ਸੰਸਾਰ ਦੀ ਕੌਮ ਐਸੀ ਨਹੀਂ, ਚਾਹੇ ਉਹ ਯਹੂਦੀ ਹੈ, ਚਾਹੇ ਮੁਸਲਮਾਨ ਹੈ, ਚਾਹੇ ਈਸਾਈ ਹੈ, ਚਾਹੇ ਹਿੰਦੂ ਹੈ, ਚਾਹੇ ਜਾਨੀ ਹੈ, ਚਾਹੇ ਬੋਧੀ ਹੈ, ਕਿਸੇ ਦਾ ਵੀ ਔਰ ਧਰਮ ਪ੍ਰਗਟ ਹੋਣ ਦਾ ਦਿਨ ਨਿਯਤ ਨਹੀਂ ਹੈ। ਕੇਵਲ ਤੇ ਕੇਵਲ ਸੰਸਾਰ ਦੇ ਵਿੱਚ ਇੱਕ ਖਾਲਸਾ ਕੌਮ ਹੈ, ਜਿਸ ਦਾ ਜਨਮ ਦਿਨ 1699 ਦੀ ਵਿਸਾਖੀ ਔਰ ਨਾਲ ਥਾਂ ਟਿਕਾਣਾ ਜਿੱਥੋਂ ਖਾਲਸੇ ਨੂੰ ਪ੍ਰਗਟ ਕੀਤਾ, ਅਨੰਦਪੁਰ ਸਾਹਿਬ ਦੀ ਧਰਤੀ ਕੇਸਗੜ੍ਹ ਸਾਹਿਬ ਦੇ ਸਥਾਨ ਦੇ ਉੱਤੇ ਸਤਿਗੁਰਾਂ ਨੇ ਇਸ ਕੌਮ ਨੂੰ ਸਾਕਾਰ ਕਰਨਾ ਕੀਤਾ। ਇਸ ਕੌਮ ਨੂੰ ਸਾਕਾਰ ਕਰਨ ਦੀ ਲੋੜ ਕਿਉਂ ਪਈ? ਕਿਉਂਕਿ ਸਦੀਆਂ ਤੋਂ ਮੁਗਲ ਰਾਜ ਚੱਲਿਆ ਆ ਰਿਹਾ ਸੀ। ਸਾਰਾ ਹਿੰਦੁਸਤਾਨ ਗੁਲਾਮੀ ਦੀ ਚੱਕੀ ਵਿੱਚ ਪਿਸ ਕੇ ਔਰ ਬੇਬਸੀ ਦੇ ਦਿਨ ਕੱਟ ਰਿਹਾ ਸੀ, ਔਰ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਵਸਿੰਦਿਆਂ ਦੀ ਹਾਲਤ ਇਹੋ ਜਿਹੀ ਸੀ, ਇੱਕ ਦੇ ਘਰ ਉੱਤੇ ਜ਼ੁਲਮ ਹੁੰਦਾ, ਦੂਜਾ ਤਮਾਸ਼ਾ ਬਣ ਕੇ ਵੇਖਦਾ। ਜਦੋਂ ਉਹਦੇ ਘਰ ਦੇ ਉੱਤੇ ਕੋਈ ਤਸ਼ੱਦਦ ਹੁੰਦਾ, ਕੋਈ ਲੁੱਟਮਾਰ ਹੁੰਦੀ, ਤੇ ਪਹਿਲਾ ਬੜਾ ਖੁਸ਼ੀ ਮਨਾਉਂਦਾ, ਔਰ ਆਪਸੀ ਕੋਈ ਭਾਰੀ ਭਾਈਚਾਰਕ ਸਾਂਝ ਨਹੀਂ ਸੀ। ਇੱਥੋਂ ਤੱਕ ਕਹਾਵਤਾਂ ਪੁੱਜ ਗਈਆਂ ਸਨ ਕਿ 9 ਪੂਰਬੀਏ ਤੇ 13 ਚੁੱਲ੍ਹੇ।
और इन्ना भिट और कर्म कांड विच लोग फस चुके सन कि उस विचों निकलना नामुमकिन हो चुका सी। और दूसरे पासरे कलगीधर पातशाह जी ने तहैया किया कि मैं इस संसार दे विच जो हिंदुस्तान दे गुलाम हन इन्हां नूं इन्हां जुर्माणियां तो आज़ाद करवाउणा है, क्योंकि मुगल राज दे विच ना किसी दी इज्जत महबूब सी, ना किसी दा धन पदार्थ सुरक्षित सी। मंदिर ढा के उन्हां दी रोड़ी बना के मूर्तियां दी ते मस्जिदां दीयां कंधां अते पौड़ियां विच पाई जांदी सी, पर किसी दे कंध दे उत्ते जूं नहीं सी सरकदी। और खालसा साजण तो पहला गुरु महाराज सच्चे पातशाह जी ने जो भी हिंदुस्तान दे वशिंदे सन, जो मुख फिरकियां दे नाल संबंध रखते सन, उन्हां दी परख कीती कि शायद ये साडा साथ देण। सब तो वेले सब तो पहला उस वेले ब्राह्मण जाति जो अपने आप नूं स्वर्ण जाति दे लोग अखवाउंदे सन, दूसरिਆਂ ਨੂੰ शूद्र कह के तिरस्कारदे सन, सतगुरां ने उन्हां दा जो वडका केसोदास पंडित सी उस नूं सद्दिया अपने पास। और सतगुरां ने वचन कीता, केसोदास तुसीं आ जो कई बारी हवन करदे हो, तुसीं कहंदे हो इहदे विचों देवी जां देवता प्रगट हुंदा है, वो लोगों की रखिया करदा। ते केसोदास ने हाँ विच सिर हिलाया, महाराज अवश्य प्रगट हुंदा। गुरु महाराज कहन लगे फिर इंज करो, जिन्ना खर्चा होवेगा असीं देवांगे, तुसीं हवन समग्री जिन्नी चाहिदी आ, जिन्ने पंडित चाहिए आ, उन्हां नूं मूँह मंगिया रोजीना दिता जाएगा। तुसीं देवता प्रगट करो तां जो वो देवता प्रगट हो के ये गरीब गुरबे उत्ते जो जुल्म हो रहा है उन्हां दी रखवाली करे। केसोदास ने शर्त रख दी, महाराज खर्च बहुत आवेगा। सतगुरु गरीब नवाज कलगीधर पातशाह कहन लगे, केसोदास कितना खर्च आवेगा? उसने अपने अनुमान तो लोड़ तो वधीक दसिया। उस समय का 1.25 लाख की समग्री आवेगी जिहदे नाल आपां हवन करना है, ते 1.25 लाख ही पंडितां दी दक्षिणा वास्ते चाहिदा है। कलगीधर पातशाह मुस्कुराए कहन लगे, केसोदास 2.5 लाख दे विच सौदा महंगा नहीं। जे 2.5 लाख रुपया खर्च के गुलाम मुल्क आज़ाद हो जाए तो होर आपां नूं की चाहिदा? तुसीं अपना हवन करन दा इंतजाम करो, समग्री जो है लै आओ। खजानची नूं कहा कि जिन्नी माया केसोदास जां इहदे नाल ब्राह्मण जिन्हां ने हवन करना है उन्हां नूं खजाने विचों दित्ती जावे। कहण लगे, महाराज एकांत चाहीदी है। सतगुरु कहंदे, सारी धरती तुहाडी आ, जिथे तुसीं आखो उत्थे आपां पहरे ला दिंने आ, ते उत्थे बैठ के तुसीं अपने देवते नूं प्रगट करो। ते जो नैना देवी का टिला है उस एकांत नूं उन्हां ने पसंद किया और उत्थे हवन करना शुरू कर दिता। जदों अद्धा समा बीत गया, गुरु महाराज जी ने सिखां राही संदेश भेजिया, भाई किन्ना क समा लगेगा तुहाडा देवता प्रगट होने वास्ते? कहण लगे, महाराज अद्धा समा हो गया, 1.25 महीने का घट्टो घट्ट समा चाहिदा है। ते नाल ही गुरु महाराज सच्चे पातशाह जी ने यह भी हुक्म दे दिता है कि जे देवता प्रगट जो तुसीं 40 दिन का समा मंगिया 20 दिन हो गए है, जे 20 दिनों के विच होर देवता प्रगट ना होया ते इस हवन कुंड दे विच तुहाडा ही हवन कर दिता जाएगा। अंदरों त्राह गए और डोल गए। समा जो उस तरह चलता गया, ज्यों ज्यों दिन नेड़े हुंदे गए
ਤਿਉਂ ਇੱਕ ਇੱਕ ਕਰਕੇ ਬਹਾਨਾ ਲਾ ਕੇ ਪਹਾੜਾਂ ਦੇ ਵਿੱਚ ਦੀ ਘੁੰਮਦੇ ਘੁਮਾਉਂਦੇ ਪੰਡਤ ਜਿਹੜੇ ਸਨ ਸਾਰੇ ਖਿਸ ਗਏ। ਜਦੋਂ ਆਖਰੀ ਦਿਨ ਆਇਆ ਉੱਥੇ ਕੇਸੋ ਦਾਸ ਵੀ ਕੋਈ ਨਹੀਂ। ਸਿੱਖਾਂ ਨੇ ਦੱਸਣਾ ਕੀਤਾ ਮਹਾਰਾਜ ਕੋਈ ਵੀ ਪੰਡਤ ਨਹੀਂ ਰਿਹਾ। ਉੱਦਾਂ ਸੁੰਨਿਆ ਕੁੰਡ ਜਿਹੜਾ ਉਹਦੇ ਵਿੱਚ ਸਮੱਗਰੀ ਜਿਹੜੀ ਆ ਧੁੱਖ ਰਹੀ ਆ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਦੇਵਤੇ ਨੇ ਕੀ ਪ੍ਰਗਟ ਹੋਣਾ ਸੀ, ਆਪਾਂ ਤੇ ਇਹਨਾਂ ਦੀ ਜੋ ਪਰਖ ਕਰਨ ਵਾਸਤੇ ਇਹ ਕੌਤਕ ਰਚਿਆ ਸੀ। ਔਰ ਸਿੱਖਾਂ ਨੂੰ ਹੁਕਮ ਕੀਤਾ ਜਿੰਨੀ ਸਮੱਗਰੀ ਬਚਦੀ ਆ ਇਹ ਸਾਰੀ ਕੁੰਡ ਦੇ ਵਿੱਚ ਇਕੱਠੀ ਕਰਕੇ ਪਾ ਦਿਓ। ਉਹਨਾਂ ਨੇ ਪਾ ਦਿੱਤੀ। ਬੜਾ ਉੱਚਾ ਲਾਂਬੂ ਨਿਕਲਿਆ ਤਾਂ ਤੇ ਕਲਗੀਧਰ ਪਾਤਸ਼ਾਹ ਜੀ ਨੇ ਉੱਥੇ ਸ੍ਰੀ ਸਾਹਿਬ ਸੂਤ ਕੇ ਮਿਆਨ ਵਿੱਚੋਂ ਕੱਢ ਕੇ ਕਹਿਣ ਲੱਗੇ ਕਿ ਇਹ ਹੀ ਦੇਵੀ ਆ। ਕਿਰਪਾਨ ਦੀ ਸ਼ਕਤੀ ਨਾਲ ਹੀ ਹੁਣ ਮੁਲਕ ਜਿਹੜਾ ਇਸ ਨੂੰ ਆਜ਼ਾਦ ਕਰਵਾਇਆ ਜਾਵੇਗਾ। ਵਾਪਸ ਆ ਗਏ। ਔਰ ਦੂਜਾ ਫਿਰਕਾ ਉਸ ਵੇਲੇ ਜੋਗੀਆਂ ਦਾ ਸੀ। ਜੋਗੀ ਥਾਂ ਥਾਂ ਲੋਕਾਂ ਦੇ ਪਾਸੋਂ ਮੱਖਣੀ ਰਾਮ ਪ੍ਰਸ਼ਾਦਾ ਰਾਮ ਕਹਿ ਕੇ ਮੰਗ ਕੇ ਖਾਂਦੇ ਸਨ। ਕਰਦੇ ਕੁਛ ਨਹੀਂ ਸਨ। ਬਾਹਰ ਜੰਗਲਾਂ ਵਿੱਚ ਪਹਾੜਾਂ ਉੱਤੇ ਜਾ ਕੇ ਆਪਣਾ ਰੁਜ਼ਗਾਰ ਤੋਰਦੇ ਸਨ। ਲੋਕਾਂ ਨੂੰ ਆਪਣੀਆਂ ਕਰਾਮਾਤਾਂ ਦੇ ਨਾਲ ਡਰਾਉਂਦੇ ਸਨ, ਮਾਇਆ ਬਟੋਰਦੇ ਸਨ। ਇੱਕ ਸਮੇਂ ਜੋਗੀ ਲੋਕ ਸਤਿਗੁਰਾਂ ਦੇ ਚਰਨਾਂ ਵਿੱਚ ਸਿਆਲ ਦੇ ਦਿਨਾਂ ਵਿੱਚ ਆਏ। ਮੰਡਲੀ ਦੇ ਮਹੰਤ ਨੇ ਕਹਿਣਾ ਕੀਤਾ ਮਹਾਰਾਜ ਆਪ ਬੜੇ ਸਖੀ ਹੋ ਹੱਥ ਦੇ, ਜੋ ਵੀ ਤੁਹਾਡੇ ਦਰ ਵਿੱਚ ਆਉਂਦਾ ਤੁਸੀਂ ਉਸ ਨੂੰ ਬਰਸਾਉਂਦੇ ਹੋ, ਦਾਨ ਦਿੰਦੇ ਹੋ। ਤੇ ਗੁਰਦੇਵ ਸਤਿਗੁਰੂ ਕਹਿਣ ਲੱਗੇ ਇਹਦੇ ਵਿੱਚ ਤੁਹਾਨੂੰ ਕੋਈ ਸ਼ੱਕ ਹੈ? ਕਹਿਣ ਲੱਗਾ ਮਹਾਰਾਜ ਸ਼ੱਕ ਤੇ ਕੋਈ ਨਹੀਂ, ਪਰ ਸਿਆਲ ਦਾ ਮਹੀਨਾ ਆ ਗਿਆ, ਸਾਨੂੰ ਕੰਬਲੀਆਂ ਚਾਹੀਦੀਆਂ, ਸਾਨੂੰ ਕੰਬਲੀਆਂ ਖਰੀਦ ਕੇ ਦਿਓ। ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਕੰਬਲੀਆਂ ਛੱਡ ਕੇ ਇੱਕ ਦੀ ਥਾਂ ਦੋ ਦੋ ਕੰਬਲੀਆਂ ਖਰੀਦ ਦਿੰਦੇ ਆ। ਤੁਸੀਂ ਇੰਝ ਕਰੋ ਆ ਜੋ ਚਿੱਪੀਆਂ ਤੁਹਾਡੇ ਪਾਸ ਆ ਇੱਥੇ ਰੱਖ ਜਾਵੋ, ਪਹਿਲਾਂ ਲੰਗਰ ਚੋਂ ਪ੍ਰਸ਼ਾਦਾ ਛਕੋ। ਲੰਗਰ ਵਿੱਚ ਗਏ ਔਰ ਉਧਰ ਭਾਈ ਦਇਆ ਸਿੰਘ ਹੋਰਾਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਆ ਜੋ ਜੋਗੀਆਂ ਦੀਆਂ ਚਿੱਪੀਆਂ ਇਹਨਾਂ ਦੇ ਹੇਠਾਂ ਜੋ ਲਾਖ ਲਾਈ ਹੋਈ ਹੈ ਇਹ ਕੋਲੇ ਗਰਮ ਕਰਕੇ ਇਹ ਲਾਖ ਨੂੰ ਢਾਲੋ। ਜਦੋਂ ਲਾਖ ਨੂੰ ਢਾਲਿਆ ਤੇ ਵਿੱਚੋਂ ਸੋਨੇ ਦੀਆਂ ਮੋਹਰਾਂ ਨਿਕਲੀਆਂ, ਕਿਸੇ ਤੋਂ 5 ਕਿਸੇ ਕੋਲ 10। ਬੜੀ ਯੁਕਤੀ ਦੇ ਨਾਲ ਉਹਨਾਂ ਨੇ ਫਿੱਟ ਕੀਤੀਆਂ ਹੋਈਆਂ ਸਨ। ਸਤਿਗੁਰਾਂ ਨੇ ਜਦੋਂ ਜੋਗੀ ਆਏ ਕਹਿਣ ਲੱਗੇ ਭਲਿਓ ਮਾਨਸੋ ਸਾਡੇ ਪਾਸੋਂ ਕੰਬਲੀਆਂ ਮੰਗਦੇ ਹੋ, ਆ ਜਿਹੜੀਆਂ ਸੋਨੇ ਦੀਆਂ ਮੋਹਰਾਂ ਤੁਸੀਂ ਚਿੱਪੀਆਂ ਦੇ ਨਾਲ ਜੋੜ ਕੇ ਚੱਕੀ ਫਿਰਦੇ ਹੋ, ਲੋਕਾਂ ਨੂੰ ਕਹਿੰਦੇ ਹੋ ਮਾਇਆ ਦਾ ਤਿਆਗ ਕਰੋ। ਲੋਕਾਂ ਕੋਲ ਰੁਪਈਆ ਵੀ ਖਰਚਣ ਵਾਸਤੇ ਨਹੀਂ, ਪਰ ਤੁਸੀਂ ਸੋਨੇ ਦੀਆਂ ਮੋਹਰਾਂ ਚੱਕੀ ਫਿਰਦੇ ਹੋ ਜਿਹਦਾ ਅੱਜ ਕੱਲ ਲੱਖਾਂ ਕਰੋੜਾਂ ਰੁਪਏ ਮੁੱਲ ਪੈਂਦਾ। ਔਰ ਬੜੀ ਸ਼ਰਮਿੰਦੇ ਹੋਏ, ਸ਼ਰਮਸਾਰ ਹੋ ਕੇ ਚਲੇ ਗਏ। ਔਰ ਉਸ ਤੋਂ ਬਾਅਦ ਇੱਕੋ ਇੱਕ ਆਸ ਸੀ ਉਸ ਸਮੇਂ ਦੇ ਪਹਾੜੀ ਰਾਜੇ ਜਿਨ੍ਹਾਂ ਦੇ ਕੋਲ ਸੈਨਾ ਦਾ ਬਲ ਸੀ, ਹਥਿਆਰ ਸੀ, ਹਾਥੀ ਘੋੜੇ ਸਨ। ਗੁਰਦੇਵ ਸਤਿਗੁਰਾਂ ਨੇ ਇਹਨਾਂ ਦੀ ਵੀ ਪਰਖ ਕਰਨ ਵਾਸਤੇ ਰਵਾਲਸਰ ਸਾਹਿਬ ਦੇ ਉੱਤੇ ਮੀਟਿੰਗ ਸੱਦਣਾ ਕਰਨਾ ਕੀਤੀ ਔਰ ਕਿਹਾ ਭਈ ਤੁਸੀਂ ਸਾਰੇ 22 ਧਾਰ ਦੇ ਜਿੰਨੇ ਵੀ ਰਾਜੇ ਹੋ ਇਕੱਠੇ ਹੋਵੋ। ਮੁਲਕ ਸਾਡਾ ਗੁਲਾਮ ਹੈ, ਧੀਆਂ ਭੈਣਾਂ ਦੀ ਇੱਜ਼ਤ ਮਹਿਫੂਜ਼ ਨਹੀਂ, ਕਿਸੇ ਦਾ ਧਨ ਸੁਰੱਖਿਅਤ ਨਹੀਂ। ਇੰਨਾ ਜਲਾਲਤ ਦੀ ਜ਼ਿੰਦਗੀ ਤੁਸੀਂ ਭੋਗ ਰਹੇ ਹੋ, ਤੁਹਾਨੂੰ ਪ੍ਰਮਾਤਮਾ ਨੇ ਰਾਜ ਭਾਗ ਦਿੱਤਾ, ਕੁਛ ਉਦਮ ਕਰੋ, ਸਾਡਾ ਸਾਥ ਦਿਓ ਤੇ ਮੈਂ ਅੱਗੇ ਲੱਗਾਂਗਾ। ਤੁਸੀਂ ਮੇਰੇ ਨਾਲ ਭਾਈਵਾਲ ਬਣ ਕੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣਾ ਯੋਗਦਾਨ ਪਾਓ। ਤਾਂ ਤੇ ਉਸ ਵੇਲੇ ਰਾਜਿਆਂ ਨੇ ਕਹਿਣਾ ਕੀਤਾ ਮਹਾਰਾਜ ਤੁਸੀਂ ਆ ਕੰਮੀ ਕਮੀਣ ਜੱਟ ਝੀਰ ਸ਼ੂਦਰ ਚਮਿਆਰ ਨਾਈ ਇਤਾਦਿਕ ਆਪਣੇ ਨਾਲ ਇੱਕੋ ਪੰਗਤ ਵਿੱਚ ਬਿਠਾ ਕੇ ਤੇ ਇਹਨਾਂ ਨੂੰ ਭੋਜਨ ਛਕਾਉਂਦੇ ਹੋ। ਵਰਣ ਆਸ਼ਰਮ ਦੀ ਵੰਡ ਤੁਸੀਂ ਭੰਗ ਕਰ ਦਿੱਤੀ ਹੈ। ਜੇ ਇਸ ਵਰਣ ਆਸ਼ਰਮ ਦੀ ਜੋ ਕੀਤੀ ਹੋਈ ਵੰਡ ਨੂੰ ਭੰਗ ਕੀਤਾ, ਇਸ ਨੂੰ ਛੱਡ ਦੇਵੋ। ਭਰਾ ਗਰੀਬਾਂ ਦਾ ਪੱਖ ਕਰਨਾ ਛੱਡ ਦੇਵੋ ਤੇ ਕੇਵਲ ਸਾਡੇ ਨਾਲ ਸਵਰਨ ਜਾਤੀ ਦੇ ਜੋ ਮਨੁੱਖ ਆ ਰਾਜੇ ਆ ਉਹਨਾਂ ਦੇ ਨਾਲ ਰਲ ਕੇ ਜੋ ਵੇਦਾਂ ਸ਼ਾਸਤਰਾਂ ਵਿੱਚ
ਵਰਨ ਆਸ਼ਰਮ ਦੀ ਵੰਡ ਹੈ, ਉਸ ਸੰਸਾਰ ਆਪਣਾ ਜੀਵਨ ਬਤੀਤ ਕਰੋ, ਫਿਰ ਅਸੀਂ ਤੁਹਾਡਾ ਸਾਥ ਦੇਣ ਵਾਸਤੇ ਤਿਆਰ ਹਾਂ। ਪਰ ਕਲਗੀਧਰ ਪਾਤਸ਼ਾਹ ਜੀ ਨੇ ਸਮਝਾਇਆ ਕਿ ਆ ਸਵਰਨ ਜਾਤੀ ਦੇ ਲੋਕ ਅਖਵਾਉਣ ਵਾਲਿਓ, ਪਰਮਾਤਮਾ ਨੇ ਸਾਰੀ ਮਨੁੱਖਤਾ ਨੂੰ ਪੰਜਾਂ ਤੱਤਾਂ ਦੇ ਨਾਲ ਸਾਜਿਆ, ਹਰ ਇੱਕ ਨੂੰ ਅੰਗ ਪ੍ਰਤੀ ਅੰਗ ਦਿੱਤੇ ਆ। ਐਸਾ ਨਹੀਂ ਕੀਤਾ ਕਿ ਬ੍ਰਾਹਮਣ ਨੂੰ 2 ਬਾਹਾਂ ਦਿੱਤੀਆਂ ਔਰ ਇਸੇ ਪ੍ਰਕਾਰ ਖੱਤਰੀ ਨੂੰ 1 ਦਿੱਤੀ ਹੈ, ਸ਼ੂਦਰ ਨੂੰ 1 ਵੀ ਨਹੀਂ ਦਿੱਤੀ, ਜਾਂ 10 ਉਂਗਲਾਂ ਵਿੱਚੋਂ ਬ੍ਰਾਹਮਣ ਨੂੰ 10 ਦਿੱਤੀਆਂ, ਦੂਜਿਆਂ ਨੂੰ 8 ਦਿੱਤੀਆਂ, ਕਿਸੇ ਨੂੰ 6 ਦਿੱਤੀਆਂ, ਕਿਸੇ ਨੂੰ 4, ਕਿਸੇ ਨੂੰ 1 ਵੀ ਨਹੀਂ ਦਿੱਤੀ। ਸਾਰਿਆਂ ਨੂੰ ਇੱਕੋ ਜਿਹੇ ਸਰੀਰ ਦਿੱਤੇ ਆ, ਸਾਰਿਆਂ ਦੇ ਵਿੱਚ ਇੱਕੋ ਜਿਹਾ ਲਹੂ ਜਿਹੜਾ ਉਹ ਹਰਕਤ ਕਰਦਾ। ਇਹ ਜੋ ਵਰਨ ਆਸ਼ਰਮ ਦੀ ਵੰਡ ਹੈ, ਇਹ ਸ਼ੈਤਾਨ ਮਨੁੱਖਾਂ ਦੀ ਕਾਢ ਹੈ। ਇਹਨਾਂ ਗਰੀਬਾਂ ਨੂੰ, ਜਿੱਥੇ ਸਾਰਾ ਮੁਲਕ ਗੁਲਾਮੀ ਦੀ ਚੱਕੀ ਵਿੱਚ ਪਿਸ ਰਿਹਾ, ਉੱਥੇ ਗੁਲਾਮ ਲੋਕ ਇਹਨਾਂ ਸ਼ੂਦਰਾਂ ਨੂੰ ਹੋਰ ਗੁਲਾਮੀ ਦੀ ਜਹਾਲਤ ਵਿੱਚ ਸਿੱਟ ਕਰਕੇ ਇਹਨਾਂ ਦੇ ਨਾਲ ਦੁਰਉਪਯੋਗ ਕਰਦੇ ਆ, ਦੁਰਵਿਵਹਾਰ ਕਰਦੇ ਆ। ਇਸ ਕਰਕੇ ਮਨੁੱਖਾ ਜਾਤ ਦੇ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ। ਤੇ ਉਹਨਾਂ ਨੇ ਉੱਤਰ ਦਿੱਤਾ, ਪਾਤਸ਼ਾਹ ਫਿਰ ਅਸੀਂ ਤੁਹਾਡਾ ਸਾਥ ਨਹੀਂ ਦੇ ਸਕਦੇ। ਗੁਰਦੇਵ ਸਤਿਗੁਰਾਂ ਨੇ ਫਿਰ ਉਸ ਵੇਲੇ ਖੜੇ ਹੋ ਕਰਕੇ 22 ਧਾਰ ਦੇ ਰਾਜਿਆਂ ਨੂੰ ਪੁਕਾਰ ਕੇ ਕਹਿਣਾ ਕੀਤਾ, ਜਨ ਕੀ ਵਰਨ ਗੋਤ ਕੁਲ ਨਾਹੀ, ਸਰਦਾਰੀ ਨ ਭਈ ਕਦਾਹੀ, ਇਨਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਕਹਿੰਦੇ ਵੇਲਾ ਆਵੇਗਾ ਜਿਨ੍ਹਾਂ ਨੂੰ ਤੁਸੀਂ ਕਮੀ ਕਮੀਨ ਕਹਿ ਕੇ ਦੁਰਕਾਰਦੇ ਹੋ, ਇਹਨਾਂ ਨੂੰ ਮੈਂ ਸਰਦਾਰੀਆਂ ਪ੍ਰਦਾਨ ਕਰਾਂਗਾ ਔਰ ਇਹ ਲੋਕਾਂ ਵਿੱਚ ਇੰਨਾ ਸਾਹਸ, ਇੰਨਾ ਬਲ ਭਰਾਂਗਾ, ਇਹ ਮੁਲਕ ਨੂੰ ਆਜ਼ਾਦ ਕਰਵਾ ਕੇ ਇਹਦੇ ਉੱਤੇ ਆਪਣਾ ਮੁਲਕ ਜਿਹੜਾ ਉਸ ਦਾ ਰਾਜ ਕਾਇਮ ਕਰਨਗੇ, ਕੇਸਰੀ ਝੰਡਾ ਚਲਾਉਣਗੇ। ਔਰ ਚਲੇ ਗਏ। ਗੁਰੂ ਮਹਾਰਾਜ ਕੁਛ ਦਿਨ ਇਕਾਂਤ ਵਿੱਚ ਰਹਿ ਕੇ ਵਿਉਂਤਬੰਦੀ ਕੀਤੀ ਤੇ ਅੱਜ ਦੇ ਦਿਨ 1699 ਦੀ ਵਿਸਾਖੀ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਜਿੱਥੇ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਸੀ, ਕਾਬਲ, ਕੰਧਾਰ, ਇਰਾਕ, ਈਰਾਨ, ਕਸ਼ਮੀਰ, ਜਿੱਥੇ ਜਿੱਥੇ ਤੱਕ ਦੱਖਣ ਪੂਰਬ ਤੱਕ ਸੀ, ਸਾਰਿਆਂ ਨੂੰ ਸਤਿਗੁਰਾਂ ਨੇ ਹੁਕਮਨਾਮੇ ਭੇਜੇ ਕਿ ਵਿਸਾਖੀ ਵਾਲੇ ਦਿਨ ਤੁਸੀਂ ਸਾਰਿਆਂ ਨੇ ਇਕੱਤਰ ਹੋ ਕੇ ਕੁਝ ਦਿਨ ਰਹਿਣ ਵਾਸਤੇ ਉੱਥੇ ਆਉਣਾ ਹੈ, ਕੋਈ ਜ਼ਰੂਰੀ ਕੰਮ ਹੈ। ਸਤਿਗੁਰਾਂ ਦਾ ਹੁਕਮ ਮੰਨ ਕਰਕੇ ਕੇਸਗੜ੍ਹ ਸਾਹਿਬ ਦੀ ਜੋ ਠੇਰੀ ਸੀ ਉਸ ਸਮੇਂ, ਜਿੱਥੇ ਹੁਣ ਕੇਸਗੜ੍ਹ ਸਾਹਿਬ ਅਸਥਾਨ ਸੁਸ਼ੋਭਿਤ ਹੈ, ਉਸ ਅਸਥਾਨ ਨੂੰ ਪੱਧਰਾ ਕਰਕੇ ਸਤਿਗੁਰਾਂ ਨੇ ਇੱਕ ਤੰਬੂ ਲਵਾਇਆ, ਨਾਲ ਇੱਕ ਛੋਟਾ ਤੰਬੂ, ਤੰਬੋਟੀ ਜਿਹਨੂੰ ਕਹਿੰਦੇ ਆ, ਉਹ ਉੱਥੇ ਕਾਇਮ ਕੀਤੀ, ਉਸ ਨੂੰ ਲਾਉਣਾ ਕੀਤਾ। ਵਿਸਾਖੀ ਵਾਲੇ ਦਿਨ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ, ਸੰਗਤਾਂ ਮੰਤਰ ਮੁਗਧ ਹੋ ਕਰਕੇ, ਇਕਾਗਰਚਿਤ ਹੋ ਕਰਕੇ ਕੀਰਤਨ ਸਰਵਣ ਕਰ ਰਹੀਆਂ ਹੈ। ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਚਾਨਕ ਆਪਣੇ ਆਸਣ ਤੋਂ ਉੱਠ ਕੇ ਤੇ ਸਟੇਜ ਦੇ ਉੱਤੇ ਖੜੇ ਹੋ ਗਏ, ਮਿਆਨ ਵਿੱਚੋਂ ਕੁਰਬਾਨ ਕੱਢੀ, ਕਹਿਣ ਲੱਗੇ ਮੈਂ ਗੁਲਾਮੀ ਦੀਆਂ ਜੰਜੀਰਾਂ ਕੱਟਣੀਆਂ ਇਹ ਸ੍ਰੀ ਸਾਹਿਬ ਦੇ ਨਾਲ, ਪਰ ਉਸ ਤੋਂ ਪਹਿਲਾਂ ਮੈਨੂੰ ਇੱਕ ਸਿਰ ਦੀ ਲੋੜ ਹੈ। ਕੋਈ ਹੈ ਐਸਾ ਗੁਰੂ ਕਾ ਪਿਆਰਾ ਜਿਹੜਾ ਆਪਣੇ ਦੇਹ ਤੋਂ ਜੋ ਮੋਹ ਆ ਉਸ ਦਾ ਤਿਆਗੀ ਬਣਿਆ ਹੋਵੇ ਤੇ ਸਿਰ ਭੇਟ ਦੇਣ ਵਾਸਤੇ ਇਸ ਕਿਰਪਾਨ ਦੀ ਛਾਇਆ ਹੇਠ ਆਉਣਾ ਕਰੇ। ਸਤਿਗੁਰਾਂ ਨੇ ਜਦੋਂ 2 ਵਾਰੀ ਸਿਰ ਦੀ ਮੰਗ ਕਰਨਾ ਕੀਤੀ, ਲੋਕ ਬੜੇ ਹੈਰਾਨ ਸਨ ਕਿ ਕਿੱਥੇ ਆਪਾਂ ਹਰ ਰੋਜ਼ ਦੀਵਾਨ ਸੁਣਦੇ ਸਾਂ, ਪ੍ਰਸ਼ਾਦ ਛਕਦੇ ਸਾਂ, ਲੰਗਰ ਛਕਦੇ ਸਾਂ, ਅੱਜ ਗੁਰੂ ਮਹਾਰਾਜ ਸਿਰ ਮੰਗਣ ਲੱਗ ਪਏ। ਔਰ ਤੀਸਰੀ ਆਵਾਜ਼ ਦੇ ਉੱਤੇ ਲਾਹੌਰ ਦੇ ਰਹਿਣ ਵਾਲਾ ਦਇਆ ਰਾਮ ਖੱਤਰੀ, ਉਹ ਸਤਿਗੁਰਾਂ ਦੇ ਚਰਨਾਂ ਵਿੱਚ ਸਿਰ ਨਵਾ ਕੇ ਆਇਆ, ਪਾਤਸ਼ਾਹ ਸਿਰ ਤਾਂ ਆਪ ਜੀ ਨੂੰ ਉਦਣ ਹੀ ਦੇ ਦਿੱਤਾ ਸੀ ਜਿਸ ਦਿਨ ਤੁਹਾਡੇ ਚਰਨਾਂ ਵਿੱਚ ਆਇਆ, ਪਰ ਇਹ ਹੱਡ ਚੰਮ ਦਾ ਸਿਰ ਜਿਹੜਾ ਉਹ ਚੱਕੀ ਫਿਰਦਾ, ਤੁਹਾਡੀ ਇਮਾਨਤ ਹੈ, ਲੈ ਲਓ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਦਇਆ ਰਾਮ ਨੂੰ ਬਾਂਹ ਤੋਂ ਪਕੜਿਆ ਔਰ ਉਸ ਤੰਬੂ ਵਿੱਚ ਲੈ ਗਏ ਔਰ ਕਿਰਪਾਨ ਦੇ ਨਾਲ ਉਸ ਦੇ
ਧੜ ਦੇ ਨਾਲ ਉਹ ਸੀਸ ਵਾਹ ਕਰ ਦਿੱਤਾ। ਦੂਸਰੇ ਲਹੂ ਭਿੱਜੀ ਤਲਵਾਰ ਲੈ ਕੇ ਮੁੜ ਸਤਿਗੁਰੂ ਗਰੀਬ ਨਵਾਜ ਸਟੇਜ ਤੇ ਆਏ, ਦੂਸਰੇ ਸਿਰ ਦੀ ਮੰਗ ਕਰਨਾ ਕੀਤੀ। ਔਰ ਇਸੇ ਪ੍ਰਕਾਰ ਹਰ ਵਾਰੀ ਪੰਜ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਜੁਦੀਆਂ ਜਾਤਾਂ ਦੇ ਨਾਲ ਸੰਬੰਧ ਰੱਖਣ ਵਾਲੇ ਸਤਿਗੁਰਾਂ ਨੂੰ ਆਪਣਾ ਸੀਸ ਭੇਟ ਕੀਤਾ। ਔਰ ਬਹੁਤ ਸਾਰੀ ਸੰਗਤ ਜਿਨ੍ਹਾਂ ਦੇ ਦਿਲ ਵਿੱਚ ਅਜੇ ਭਰੋਸਾ ਨਹੀਂ ਸੀ, ਉਹ ਦੀਵਾਨ ਵਿੱਚੋਂ ਉੱਠ ਕੇ ਇੱਕ ਦੂਜੇ ਦੇ ਕੰਨਾਂ ਵਿੱਚ ਗੱਲਾਂ ਕਰਦੇ। ਕਈ ਕੁਛ ਕਹਿਣ ਕਿ ਦੇਵੀ ਪੁੱਠੀ ਪੈ ਗਈ ਹੈ, ਕੁਛ ਮਾਤਾ ਜੀ ਕੋਲ ਚਲੇ ਗਏ ਕਿ ਬਾਕੀ ਗੁਰੂ ਸਾਹਿਬ ਸਿੱਖਾਂ ਦੀ ਪਾਲਣਾ ਕਰਦੇ ਸਨ, ਪਰ ਤੁਹਾਡਾ ਸਾਹਿਬਜ਼ਾਦਾ ਸਿੱਖਾਂ ਦੇ ਸਿਰ ਵੱਢੀ ਜਾ ਰਿਹਾ। ਔਰ ਇਸੇ ਪ੍ਰਕਾਰ ਗੁਰਦੇਵ ਸਤਿਗੁਰਾਂ ਨੇ ਜਦੋਂ ਪੰਜ ਸਿੰਘਾਂ ਦੇ ਸੀਸ ਲੈ ਲਏ, ਫਿਰ ਅੰਦਰ ਸਰਬਲੋਹ ਦਾ ਬਾਟਾ ਔਰ ਦੁਧਾਰਾ ਖੰਡਾ ਫੌਲਾਦ ਦਾ ਲੈ ਕਰਕੇ ਉਸ ਵਿੱਚ ਜਲ ਸਤਲੁਜ ਦਾ ਪਵਾ ਕਰਕੇ ਮਾਤਾ ਜੀ ਜੀਤੋ ਜੀ ਨੇ ਪਤਾਸੇ ਪਾਏ ਔਰ ਪੰਜ ਬਾਣੀਆਂ ਦਾ ਪਾਠ ਕਰਕੇ ਮਹਾਰਾਜ ਜੀ ਨੇ ਅੰਮ੍ਰਿਤ ਛਕਾਇਆ ਔਰ ਉਹਨਾਂ ਨੂੰ ਸੁਰਜੀਤ ਕੀਤਾ। ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ, ਲੋਕ ਸਮਝਦੇ ਸਨ ਇਹ ਮਾਰੇ ਗਏ ਆ, ਹੁਣ ਇਹ ਕਦੇ ਵੀ ਤੱਕ ਉੱਠਣਗੇ ਨਹੀਂ। ਹੈ ਵੀ ਅਜੀਬ ਕਰਾਮਾਤ ਸੀ। ਤਾਂ ਤੇ ਪੰਜਾਂ ਦੇ ਦੁਆਰਾ ਸੁਰਜੀਤ ਕਰਕੇ ਗੁਰੂ ਮਹਾਰਾਜ ਪੰਜਾਂ ਨੂੰ ਗਲਵੱਕੜੀ ਵਿੱਚ ਪਾ ਕੇ ਲੈ ਕਰਕੇ ਸਟੇਜ ਤੇ ਆਏ। ਔਰ ਸਾਰੇ ਜਿੰਨੇ ਦੀਵਾਨ ਵਿੱਚ ਬੈਠੇ ਸਨ ਬੜੇ ਹੈਰਾਨ ਸਨ, ਇਹ ਕੀ ਕੌਤਕ ਵਰਤਿਆ। ਔਰ ਗੁਰੂ ਮਹਾਰਾਜ ਜੀ ਨੇ ਹੁਕਮ ਕੀਤਾ, ਇਹ ਅੱਜ ਤੋਂ ਮੇਰੇ ਪਿਆਰੇ ਆ, ਇਹਨਾਂ ਨੇ ਸਰੀਰ ਦਾ ਮੋਹ ਤਿਆਗਿਆ ਔਰ ਮੁਲਕ ਦੀ ਗੁਲਾਮੀ ਨੂੰ ਕੱਟਣ ਵਾਸਤੇ ਇਹਨਾਂ ਨੇ ਆਪਾ ਬਾਰਿਆ। ਇਹ ਪੰਜ ਪਿਆਰੇ ਆ। ਔਰ ਨਾਲ ਹੀ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਹੁਕਮ ਕੀਤਾ, ਜਿਵੇਂ ਭਾਈ ਦਇਆ ਰਾਮ ਨੂੰ, ਭਾਈ ਧਰਮਦਾਸ ਨੂੰ, ਭਾਈ ਮੋਹਕਮ ਚੰਦ ਨੂੰ, ਭਾਈ ਹਿੰਮਤ ਚੰਦ ਨੂੰ ਔਰ ਭਾਈ ਸਾਹਿਬ ਚੰਦ ਨੂੰ ਅੰਮ੍ਰਿਤ ਛਕਾ ਕੇ ਸਤਿਗੁਰਾਂ ਨੇ ਸਿੰਘ ਪਦਵੀ ਬਖਸ਼ਿਸ਼ ਕਰਨਾ ਕੀਤੀ ਆ। ਇਸੇ ਪ੍ਰਕਾਰ ਕਲਗੀਧਰ ਪਾਤਸ਼ਾਹ ਹੁਣ ਪੰਜਾਂ ਦੇ ਸਾਹਮਣੇ ਹੱਥ ਜੋੜ ਕੇ ਖਲੋ ਗਏ, ਕਹਿਣ ਲੱਗੇ, ਤੁਸੀਂ ਪੰਜ ਪਿਆਰੇ ਹੋ, ਗੁਰੂ ਦੀਖਿਆ ਦੇਣ ਦਾ ਅਧਿਕਾਰ ਜੋ ਮੇਰੇ ਪਾਸ ਸੀ, ਉਹ ਸੰਸਾਰ ਮੈਂ ਤੁਹਾਨੂੰ ਦੀਖਿਆ ਦੇ ਕੇ ਤੁਹਾਨੂੰ ਖਾਲਸਾ ਬਣਾਇਆ ਔਰ ਤੁਹਾਨੂੰ ਸਿੰਘ ਲਕਬ ਬਖਸ਼ਿਸ਼ ਕਰਨਾ ਕੀਤਾ। ਤੁਸੀਂ ਮੈਨੂੰ ਵੀ ਅੰਮ੍ਰਿਤ ਛਕਾਓ ਔਰ ਮੈਂ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸੱਜ ਕੇ ਖਾਲਸਾ ਬਣਾ। ਔਰ ਪੰਜ ਪਿਆਰਿਆਂ ਨੇ ਥੋੜੀ ਹਿਚਕਚਾਹਟ ਕਰਨਾ ਕੀਤੀ, ਕਿੱਥੇ ਗੁਰੂ ਕਿੱਥੇ ਉਹਦੇ ਸਿੱਖ। ਕਹਿਣ ਲੱਗੇ, ਤੁਹਾਨੂੰ ਅਧਿਕਾਰ ਦੇ ਦਿੱਤਾ, ਅੱਜ ਤੋਂ ਪੰਚਨ ਮੈਂ ਨਿਤ ਵਰਤਨ ਮੈਂ ਹੋ, ਪੰਚ ਮਿਲੇ ਸੇ ਪੰਚ ਪੀਰਨ ਪੀਰ, ਪੰਚਨ ਮੈਂ ਮੇਰੋ ਨਿਤ ਵਾਸਾ। ਹੁਣ ਮੇਰਾ ਨਿਵਾਸ ਤੁਹਾਡੇ ਵਿੱਚ ਹੈ, ਜਿੱਥੇ ਪੰਜ ਇਕੱਠੇ ਹੋਣਗੇ ਰਹਿਤਬਾਨ ਸਿੰਘ, ਉਹਨਾਂ ਵਿੱਚ ਮੇਰਾ ਨਿਵਾਸ ਹੋਵੇਗਾ, ਮੈਂ ਵਰਤਾਂਗਾ। ਸਤਿਗੁਰਾਂ ਦਾ ਹੁਕਮ ਮੰਨਿਆ। ਕਹਿਣ ਲੱਗੇ, ਪਾਤਸ਼ਾਹ ਅਸੀਂ ਤਾਂ ਸਿਰ ਦੇ ਕੇ ਅੰਮ੍ਰਿਤ ਛਕਿਆ ਤੇ ਸਿੱਖੀ ਪ੍ਰਾਪਤ ਕੀਤੀ ਹੈ, ਤੁਸੀਂ ਇਸ ਅੰਮ੍ਰਿਤ ਦੇ ਬਦਲੇ ਕੀ ਦਿਓਗੇ? ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਦਇਆ ਸਿੰਘ ਤੁਸੀਂ ਤਾਂ ਇੱਕ ਸਿਰ ਦੇਣਾ ਕੀਤਾ, ਮੈਂ ਸਰਵੰਸ ਵਾਰ ਦੇਵਾਂਗਾ। ਔਰ ਇਸ ਪ੍ਰਕਾਰ ਉਹਨਾਂ ਨੇ ਗੁਰੂ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਸਤਿਗੁਰਾਂ ਦੀ ਦਰਸਾਈ ਹੋਈ ਵਿਧੀ ਅਨੁਸਾਰ ਅੰਮ੍ਰਿਤ ਤਿਆਰ ਕਰਕੇ ਕਲਗੀਧਰ ਪਾਤਸ਼ਾਹ ਜੀ ਨੂੰ ਅੰਮ੍ਰਿਤ ਛਕਾਇਆ ਤੇ ਨਾਲ ਜੋ ਗੁਰੂ ਮਹਾਰਾਜ ਜੀ ਨੇ ਰਹਿਤਾਂ ਕੁਰਾਤਾਂ ਦਸੀਆਂ ਸਨ ਉਹ ਦ੍ਰਿੜ ਕਰਵਾਈਆਂ ਤੇ ਨਾਲ ਉਸ ਦਿਨ ਤੋਂ ਗੋਬਿੰਦ ਰਾਏ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੱਜ ਦਾ ਨਾਮ ਬਦਲ ਕੇ ਸਿੰਘ ਲਕਬ ਪਿੱਛੇ ਉਹਨਾਂ ਦੇ ਲੱਗ ਗਿਆ। ਇਹ ਅਨੋਖੀ ਦਾਸਤਾਨ ਅੱਜ ਦੇ ਦਿਨ ਵਰਤੀ। ਔਰ ਉਹਨਾਂ ਹੀ ਜਿਨ੍ਹਾਂ ਨੂੰ ਉਹ ਪਹਾੜੀ ਲੋਕ ਕਮੀਨ ਕਹਿੰਦੇ ਸਨ, ਸਤਿਗੁਰਾਂ ਨੇ ਅੰਮ੍ਰਿਤ ਛਕਾ ਕਰਕੇ ਉਹਨਾਂ ਵਿੱਚ ਐਸੀ ਰੂਪ ਫੂਕਣਾ ਕਰਨਾ ਕੀਤੀ, ਉਹਨਾਂ ਵਿੱਚ ਇੰਨਾ ਬਲ ਆਇਆ ਔਰ ਸਵਾ ਲੱਖ ਦਾ ਮੁਕਾਬਲਾ ਕਰਕੇ
ਉਹਨਾਂ ਨੇ ਦਰਸਾ ਦਿੱਤਾ। ਆਪ ਸਾਰਿਆਂ ਨੂੰ ਪਤਾ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਇੱਕ ਪਾਸੇ 40 ਆ, ਦੂਜੇ ਪਾਸੇ 10 ਲੱਖ ਹੈ। 10 ਲੱਖ ਦਾ ਘੇਰਾ ਦੇਖ ਕਰਕੇ ਘਬਰਾਏ ਨਹੀਂ, ਮਨ ਵਿੱਚ ਕਾਂਪ ਨਹੀਂ ਆਈ। ਇੱਕ ਇੱਕ ਸਿੰਘ, ਪਹਿਲਾਂ 5-5 ਸਿੰਘ ਜਾ ਕੇ ਅਨੇਕਾਂ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਕਰਕੇ ਤੇ ਫਿਰ ਸ਼ਹਾਦਤ ਦਾ ਜਾਮ ਪੀਂਦੇ ਰਹੇ। ਔਰ ਦੁਨੀਆ ਦੀ ਇਹ ਪਹਿਲੀ ਜੰਗ ਸੀ। ਅੱਜ ਤੱਕ ਕਿਸੇ ਵੀ ਥਾਂ 40 ਬੰਦਿਆਂ ਨੇ, 40 ਸਿੰਘਾਂ ਨੇ 10 ਲੱਖ ਦਾ ਮੁਕਾਬਲਾ ਕਿਸੇ ਹਿਸਟਰੀ ਵਿੱਚ ਨਹੀਂ ਕੀਤਾ। ਔਰ ਇਸੇ ਦੀ ਬਦੌਲਤ ਹੀ ਗੁਰੂ ਮਹਾਰਾਜ ਜੀ ਦੇ ਖੰਡੇ ਬਾਟੇ ਦੀ ਅੰਮ੍ਰਿਤ ਦੀ ਸ਼ਕਤੀ ਦੇ ਨਾਲ ਹੀ ਸਾਰਾ ਗੜੀ ਦੇ ਮੈਦਾਨ ਦੇ ਵਿੱਚ 21 ਸਿੰਘਾਂ ਨੇ 10,000 ਜੋ ਇਹ ਮੁਗਲ ਸਨ, ਜੋ ਪਠਾਨ ਸਨ, ਉਹਨਾਂ ਦਾ ਆਖਰੀ ਦਮ ਤੱਕ ਲੜ ਕੇ ਤਕਰੀਬਨ 3-4 ਹਜ਼ਾਰ ਨੂੰ ਉਹਨਾਂ ਨੇ ਮਾਰਨਾ ਕੀਤਾ। ਪਰ ਗੜੀ ਦਾ ਕਬਜ਼ਾ ਜਿੰਨਾ ਚਿਰ ਉਹਨਾਂ ਵਿੱਚ ਆਖਰੀ ਸਵਾਸ ਸੀ ਉਹਨਾਂ ਚਿਰ ਉਹਨਾਂ ਨੂੰ ਕਾਬਜ਼ ਨਹੀਂ ਹੋਣ ਦਿੱਤਾ। ਉਹ ਸਾਰੀ ਦੁਨੀਆ ਦੇ ਇਤਿਹਾਸ ਵਿੱਚ ਬਾਹਰਲੇ ਮੁਲਕਾਂ ਵਿੱਚ ਪੜ੍ਹਾਈ ਜਾਂਦੀ ਆ। ਤਾਂ ਤੇ ਇਹ ਕਾਹਦੀ ਬਰਕਤ ਸੀ? ਗੁਰੂ ਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਬਰਕਤ ਸੀ। ਔਰ ਆਪ ਸਾਰਿਆਂ ਨੂੰ ਪਤਾ ਹੈ ਸਤਿਗੁਰਾਂ ਨੇ ਇਹ ਵਾਕ ਸਾਕਾਰ ਕਰਨਾ ਕੀਤੇ। ਜਿਸ ਵੇਲੇ ਬੰਦਾ ਸਿੰਘ ਬਹਾਦਰ ਨੂੰ ਨੰਦੇੜ ਤੋਂ ਭੇਜਣਾ ਕੀਤਾ, ਨਾਲ ਕਿੰਨੇ ਸਿੰਘ ਦਿੱਤੇ? 5 ਸਿੰਘ, 5 ਤੀਰ ਦਿੱਤੇ, ਨਿਸ਼ਾਨ ਦਿੱਤਾ, ਨਗਾਰਾ ਦਿੱਤਾ। ਔਰ ਉਸ ਯੋਧੇ ਸੂਰਵੀਰ ਨੇ ਜੋ ਮਾਧਵ ਦਾਸ ਸੀ, ਗੁਰਬਖਸ਼ ਸਿੰਘ, ਬੰਦਾ ਸਿੰਘ ਬਹਾਦਰ ਨਾਮ ਉਹਨੂੰ ਦੇਣਾ ਕੀਤਾ ਸਤਿਗੁਰਾਂ ਨੇ। ਤੇ ਉਸ ਨੇ ਸਮਾਣਾ, ਸਢੌਰਾ ਔਰ ਸਰਹੰਦ ਜੋ ਮੁਗਲ ਰਾਜ ਦੀ ਇੱਕ ਸਲਤਨਤ ਦੀ ਸਭ ਤੋਂ ਵੱਡੀ ਇਹ ਆਪਣੇ ਰਾਜਧਾਨੀ ਸੀ। ਔਰ ਜੋ ਅਜਿੱਤ ਸੀ ਉਸ ਨੂੰ ਖੇਰੂ ਖੇਰੂ ਕੀਤਾ, ਇੱਟ ਦੇ ਨਾਲ ਇੱਟ ਖੜਕਾਈ ਔਰ ਵਜ਼ੀਰ ਖਾਨ ਨੂੰ ਸੋਧ ਕੇ ਤੇ ਸਾਹਿਬਜ਼ਾਦਿਆਂ ਦਾ ਬਦਲਾ ਲਿਆ। ਤੇ ਸਭ ਤੋਂ ਪਹਿਲਾਂ ਸਰਹੰਦ ਦੇ ਉੱਤੇ ਕੇਸਰੀ ਪਰਚਮ ਝੁਲਾ ਕੇ ਸਿੱਖ ਰਾਜ ਦੀ ਸਥਾਪਨਾ ਕੀਤੀ। ਇਹ ਬਰਕਤ ਖੰਡੇ ਬਾਟੇ ਦੇ ਅੰਮ੍ਰਿਤ ਦੀ ਹੈ। ਔਰ ਇਸ ਕਰਕੇ ਹੀ ਜਦੋਂ ਆਪਾਂ ਹੋਰ ਵਾਚਦੇ ਹਾਂ ਔਰ 22 ਹਜ਼ਾਰ ਜੋ ਅਫਗਾਨੀ ਦੁਰਾਨੀ ਲੜਕੀਆਂ ਨੂੰ ਬੰਨ੍ਹ ਕੇ ਆਪਣੇ ਦੇਸ਼ ਗਜ਼ਨੀ ਵਿੱਚ ਟਕੇ ਟਕੇ 2-2 ਦਿਨਾਰ ਨੂੰ ਵੇਚਣ ਵਾਸਤੇ ਲਿਜਾਂਦੇ ਸਨ, ਉਹਨਾਂ ਲੜਕੀਆਂ ਨੂੰ ਔਰ ਧਨ ਪਦਾਰਥ ਨੂੰ ਛੁਡਾ ਕਰਕੇ ਉਹਨਾਂ ਦੇ ਘਰੀ ਸਹੀ ਸਲਾਮਤ ਪਹੁੰਚਾਉਣਾ ਕੀਤਾ। ਇਹ ਖਾਲਸੇ ਦੀ ਬਰਕਤ ਸੀ। ਤਾਂ ਤੇ ਐਸੇ ਖਾਲਸੇ ਦੀ ਸਾਜਨਾ ਅੱਜ ਦੇ ਦਿਨ ਸਤਿਗੁਰਾਂ ਨੇ ਕੀਤੀ ਹੈ। ਔਰ ਹਰ ਖਾਲਸਾ ਕਹਿ ਸਕਦਾ ਹੈ ਕਿ ਸਾਡੀ ਕੌਮ ਦਾ ਜਨਮ ਦਿਨ ਜਿਹੜਾ ਉਹਦਾ ਸਥਾਨ ਵੀ ਨੀਅਤ ਹੈ ਔਰ ਉਸ ਦੀ ਤਾਰੀਖ ਵੀ ਨੀਅਤ ਹੈ। ਔਰ ਜਿਸ ਗੁਰੂ ਨੇ ਇਹ ਪੈਦਾ ਕੀਤੀ ਕੌਮ, ਉਹਦਾ ਨਾਮ ਵੀ ਮੌਜੂਦ ਹੈ। ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਕੌਮ ਨੂੰ ਪੈਦਾ ਕੀਤਾ। ਔਰ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਕੇਸਗੜ੍ਹ ਸਾਹਿਬ ਦੇ ਅਸਥਾਨ ਦੇ ਉੱਤੇ ਸਤਿਗੁਰਾਂ ਨੇ ਇਸ ਕੌਮ ਦੀ ਸਿਰਜਣਾ 1699 ਦੀ ਵਿਸਾਖੀ ਨੂੰ ਕਰਨਾ ਕੀਤੀ। ਤਾਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇੰਨੀਆਂ ਵੱਡੀਆਂ ਬਖਸ਼ਾਂ ਜਿਸ ਅੰਮ੍ਰਿਤ ਦੀ ਦਾਤ ਨੂੰ ਸੁਰ ਨਾਰ ਮਨ ਜਾਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਐਸਾ ਅਮੋਲਕ ਅੰਮ੍ਰਿਤ ਜਿਸ ਦੀ ਪ੍ਰਾਪਤੀ ਵਾਸਤੇ ਦੇਵਤੇ ਰਿਸ਼ੀ ਮੁਨੀ ਤਰਸਦੇ ਰਹੇ ਪਰ ਪ੍ਰਾਪਤ ਨਹੀਂ ਹੋਇਆ। ਕਰ ਮੈਂ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਨਹੀਂ ਪੀ ਸਕਿਆ ਸਿਕੰਦਰ ਵੀ। ਪਰ ਗੁਰੂ ਮਹਾਰਾਜ ਜੀ ਨੇ ਐਸੀ ਅੰਮ੍ਰਿਤ ਦੀ ਦਾਤ ਦਿੱਤੀ ਹੈ। ਉਹ ਲੋਕ ਜਿਹੜੇ ਕਹਿੰਦੇ ਸਨ ਗੁਰੂ ਜੀ ਕੰਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਦੀ ਨਹੀਂ ਪਕੜੀ, ਚਿੜੀ ਉਡੇ ਤਬ ਹੀ ਡਰ ਜਾਵਾਂ, ਮੁਗਲਨ ਸੇ ਕੈਸੇ ਲੜ ਪਾਵਾਂ। ਔਰ ਐਸੇ ਸਾਹਿਬ ਚੰਦ ਵਰਗੇ ਹਲਵਾਈਆਂ ਨੂੰ ਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਛਕਾ ਕੇ ਤੇ ਫਿਰ ਹਜ਼ਾਰਾਂ ਦੇ ਨਾਲ ਮੁਕਾਬਲਾ ਕਰਵਾਉਣਾ ਕੀਤਾ। ਇਹ ਅੰਮ੍ਰਿਤ ਦੀ ਦਾਤ ਔਰ ਅੰਮ੍ਰਿਤ ਦੀ ਸ਼ਕਤੀ ਦੀ ਦਾਸਤਾਨ ਸੀ। ਤਾਂ ਤੇ ਹਰ ਪ੍ਰਾਣੀ ਨੂੰ ਐਸੇ ਅਮੋਲਕ ਅੰਮ੍ਰਿਤ ਦੀ ਦਾਤ ਤੋਂ
ਆਪਣੇ ਆਪ ਨੂੰ ਬਾਂਝਾ ਨਹੀਂ ਰੱਖਣਾ ਚਾਹੀਦਾ, ਕਿਉਂਕਿ ਜੇ ਆਪਾਂ ਗੁਰੂ ਵਾਲੇ ਬਣਨਾ ਹੈ ਤੇ ਫਿਰ ਗੁਰੂ ਵਾਲੇ ਬਣਨ ਦਾ ਅਧਿਕਾਰ ਸਤਿਗੁਰਾਂ ਨੇ ਪੰਜਾਂ ਪਿਆਰਿਆਂ ਨੂੰ ਦਿੱਤਾ। ਬਹੁਤ ਸਾਰੀ ਸੰਗਤ ਅੱਜ ਥਾਵਾਂ ਥਾਵਾਂ ਉੱਤੇ ਅਤੇ ਇਸ ਸਥਾਨ ਉੱਤੇ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਰਹੀ ਹੈ। ਔਰ ਕਿਉਂਕਿ ਅੰਮ੍ਰਿਤ ਛਕਣਾ ਇਹ ਕੋਈ ਇੱਕ ਰੀਤ ਧਾਰਨ ਕਰਨੀ ਨਹੀਂ, ਇਹ ਹੈ ਗੁਰੂ ਦੇ ਸਕੂਲ ਵਿੱਚ ਦਾਖਲ ਹੋਣਾ। ਔਰ ਜਿਉਂ-ਜਿਉਂ ਮਨੁੱਖ ਫਿਰ ਗੁਰੂ ਦੀ ਦੱਸੀ ਹੋਈ ਰਹਿਤ ਨੂੰ ਕਮਾਏਗਾ, ਕਰਾਤਾਂ ਤੋਂ ਬਚ ਕੇ ਰਹੇਗਾ, ਬਾਣੀ ਅਤੇ ਬਾਣੇ ਦਾ ਧਾਰਨੀ ਬਣੇਗਾ, ਤਿਉਂ-ਤਿਉਂ ਇਹਦੇ ਹਿਰਦੇ ਵਿੱਚ ਪਰਮਾਤਮਾ ਦੀ ਪਰਮੇਸ਼ਵਰੀ ਜੋਤ ਪ੍ਰਗਟ ਹੋਵੇਗੀ। ਤੇ ਫਿਰ ਇਹੀ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰੋ ਨਿਵਾਸ। ਔਰ ਗੁਰੂ ਉਸ ਖਾਲਸੇ ਦੇ ਵਿੱਚ ਆਪਣਾ ਅਸਲੀ ਨਿਵਾਸ ਕਰੇਗਾ। ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਬਖਸ਼ਾਂ ਕੀਤੀਆਂ ਜਿਨ੍ਹਾਂ ਦਾ ਗਿਣਤੀ ਨਹੀਂ ਹੋ ਸਕਦੀ, ਜਿੱਥੇ ਹਰ ਮਨੁੱਖ ਨੂੰ ਆਪਣੇ ਭਲੇ ਵਾਸਤੇ ਗੁਰੂ ਵਾਲੇ ਬਣਨਾ ਚਾਹੀਦਾ, ਕਿਉਂਕਿ ਪ੍ਰਮਾਤਮਾ ਤੋਂ ਆਪਾਂ ਵਿਛੜੇ ਹਾਂ। ਅੱਜ ਵਿਛੋੜੇ ਦੀ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਦਰਸਾਈ ਹੈ। ਜਿੰਨਾ ਚਿਰ ਆਪਾਂ ਆਪਣੇ ਮਾਲਕ ਦੇ ਨਾਲ ਜੁੜ ਨਹੀਂ ਜਾਂਦੇ, ਉਹਨਾਂ ਚਿਰ ਜਮ ਮਰਾ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੇ ਦੇ ਧਾਰਨੀ ਬਣੇ ਰਹਾਂਗੇ। ਕਿਉਂਕਿ ਜਿੰਨਾ ਚਿਰ ਮਨੁੱਖ ਗੁਰੂ ਦੀ ਸ਼ਰਨ ਲੈ ਕੇ ਗੁਰੂ ਵਾਲਾ ਨਹੀਂ ਬਣਦਾ, ਉਹਨਾਂ ਚਿਰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਤਿਗੁਰਾਂ ਨੇ ਡੰਕੇ ਦੀ ਚੋਟ ਦੇ ਨਾਲ ਕਹਿ ਦਿੱਤਾ ਕਿ ਮਤ ਕੋ ਭਰਮ ਭੁੱਲੈ ਸੰਸਾਰ, ਗੁਰ ਬਿਨ ਕੋਏ ਨਾ ਉਤਰਸ ਪਾਰ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਨ ਕਰ ਪ੍ਰਗਟ ਆਖ ਸੁਣਾਇਆ। ਪ੍ਰਗਟ ਕਰਕੇ ਉੱਚੀ ਆਵਾਜ਼ ਦੇ ਨਾਲ ਕਹਿ ਦਿੱਤਾ, ਭਾਈ ਜਿੰਨਾ ਚਿਰ ਗੁਰੂ ਦੀ ਸ਼ਰਨ ਨੂੰ ਪ੍ਰਾਪਤ ਨਹੀਂ ਕਰੋਗੇ, ਗੁਰੂ ਵਾਲੇ ਨਹੀਂ ਬਣੋਗੇ, ਉਹਨਾਂ ਚਿਰ ਪ੍ਰਮਾਤਮਾ ਦੀ ਤੁਹਾਨੂੰ ਪ੍ਰਾਪਤੀ ਨਹੀਂ ਹੋਣੀ। ਤੁਸੀਂ ਆਪਣੇ ਮੂਲ ਦੇ ਨਾਲ ਜੁੜ ਨਹੀਂ ਸਕੋਗੇ, ਨਾ ਹੀ ਤੁਹਾਡੀ ਆਤਮਾ ਨੂੰ ਧੀਰਜ ਧਰਵਾਸ ਆਏਗਾ। ਸੋ ਹਰ ਪ੍ਰਾਣੀ ਨੂੰ ਆਪਣੇ ਭਲੇ ਵਾਸਤੇ ਬਿਨਾਂ ਲੋਕ ਲੱਜਿਆ ਛੱਡ ਕਰਕੇ ਤੇ ਫਿਰ ਗੁਰੂ ਦੀ ਸ਼ਰਨ ਨੂੰ ਪ੍ਰਾਪਤ ਕਰਨਾ ਚਾਹੀਦਾ। ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣਾ ਚਾਹੀਦਾ। ਪੰਜਾਂ ਨੇ ਅੰਮ੍ਰਿਤ ਲਿਆ ਸੀ ਸੀਸ ਦੇ ਕੇ, ਹੁਣ ਤਾਂ ਸੀਸ ਨਹੀਂ ਲਿਆ ਜਾਂਦਾ, ਮੁਕਤੋ ਮੁਕਤ ਵਿੱਚ ਅੰਮ੍ਰਿਤ ਮਿਲਦਾ ਹੈ। ਸੋ ਐਸੇ ਅੰਮ੍ਰਿਤ ਦੀ ਦਾਤ ਆਪਾਂ ਸਾਰਿਆਂ ਨੂੰ ਪ੍ਰਾਪਤ ਕਰਕੇ ਗੁਰੂ ਵਾਲੇ ਬਣ ਕੇ ਆਪਣਾ ਲੋਕ ਸੁਖੀ ਪਰਲੋਕ ਸੇਲਾ ਕਰਨਾ ਚਾਹੀਦਾ। ਤਾਂ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਜ ਕੀ ਹੁਕਮ ਕਰ ਰਹੇ ਆ, ਸਤਿਗੁਰਾਂ ਦੇ ਮੁਖਾਰਬਿੰਦ ਤੋਂ ਆਪਾਂ ਸਰਵਣ ਕਰੀਏ ਜੀ। ਵਿਸਾਖ ਧੀਰਨ ਕਿਉ ਵਾਡੀਆਂ, ਜਿਨ੍ਹਾਂ ਪ੍ਰੇਮ ਵਿਸ਼ੋਹ। ਵਿਸਾਖ ਹੈ ਮਹੀਨੇ ਦਾ ਨਾਮ, ਧੀਰਨ ਦਾ ਭਾਵ ਧੀਰਜ, ਵਾਡੀਆਂ ਦਾ ਭਾਵ ਹੁੰਦਾ ਜਿਹਨੂੰ ਆਪਾਂ ਕਹਿੰਦੇ ਵੱਢ ਦਿੱਤਾ। ਔਰ ਵੱਢ ਦਿੱਤਾ ਕੀ ਟੁੱਟ ਜਾਂਦਾ। ਔਰ ਜੋ ਜਿਵੇਂ ਇੱਕ ਦਰਖਤ ਦੀ ਟਾਹਣੀ ਨਾਲੋਂ ਦਰਖਤ ਦੀ ਟਾਹਣੀ ਵੱਢ ਦਿੱਤੀ ਜਾਵੇ, ਕੁਮਲਾ ਜਾਂਦੀ ਹੈ ਔਰ ਭਾਵ ਵਿਛੋੜਾ ਪੈ ਜਾਂਦਾ। ਸਤਿਗੁਰੂ ਗਰੀਬ ਨਵਾਜ ਜਿਨ੍ਹਾਂ ਪ੍ਰੇਮ ਵਿਛੋਹ, ਪ੍ਰੇਮ ਦਾ ਭਾਵ ਆ ਪ੍ਰਮਾਤਮਾ, ਵਿਛੋਹ ਦਾ ਭਾਵ ਆ ਵਿਛੋੜਾ। ਕਹਿੰਦੇ ਐਸੇ ਜਗਿਆਸੂਆਂ ਨੂੰ ਕਦੇ ਵੀ ਧੀਰਜ ਨਹੀਂ ਆ ਸਕਦਾ, ਭਾਵੇਂ ਉਹਨਾਂ ਕੋਲ ਜਿੰਨਾ ਮਰਜ਼ੀ ਧਨ ਪਦਾਰਥ ਸੰਪਦਾ ਹੋਵੇ, ਧੀਆਂ ਪੁੱਤਰਾਂ ਦਾ ਸੁੱਖ ਹੋਵੇ, ਮਹਿਲ ਮਾੜੀਆਂ ਕੋਲ ਹੋਣ, ਪਰ ਜਿੰਨਾ ਚਿਰ ਇਹ ਵਿਛੋੜਾ ਆਪਣੇ ਮੂਲ ਦੇ ਨਾਲੋਂ ਪਿਆ ਹੋਇਆ, ਉਹਨਾਂ ਚਿਰ ਉਹਨਾਂ ਦੀ ਆਤਮਾ ਨੂੰ ਧੀਰਜ ਨਹੀਂ ਆ ਸਕਦਾ। ਆਪਾਂ ਸੰਸਾਰ ਵਿੱਚ ਦੇਖਦੇ ਹਾਂ, ਕਿਤੇ ਪੁੱਤਰ ਦਾ ਵਿਛੋੜਾ ਮਾਂ ਦੇ ਨਾਲੋਂ ਪੈ ਜਾਵੇ, ਲੱਖ ਲੋਕ ਧਰਵਾਸ ਦਿੰਦੇ ਆ, ਪਰ ਵਿਛੋੜੇ ਦੀ ਕਸਕ ਜਿਹੜੀ ਆ ਮਾਂ ਹੀ ਜਾਣਦੀ ਆ। ਕਿਸੇ ਦਾ ਧਰਵਾਸਾ, ਕਿਸੇ ਦਾ ਦਿੱਤਾ ਹੋਇਆ ਦਿਲਾਸਾ ਉਹਦੇ ਉੱਤੇ ਅਸਰ ਨਹੀਂ ਕਰਦਾ। ਔਰ ਇਸੇ ਪ੍ਰਕਾਰ ਮਿੱਤਰ ਦਾ ਮਿੱਤਰ ਨਾਲੋਂ ਵਿਛੋੜਾ ਪੈ ਜਾਏ, ਪਤੀ ਦਾ ਪਤਨੀ ਨਾਲੋਂ ਪੈ ਜਾਏ, ਆਪਾਂ ਦੇਖਦੇ ਹਾਂ, ਆਪਾਂ ਕਲਪਦੇ ਹਾਂ, ਧੀਰਜ ਨਹੀਂ ਆਉਂਦਾ। ਇਸੇ ਪ੍ਰਕਾਰ ਸਾਡਾ ਪਤੀ ਆ ਪ੍ਰਮਾਤਮਾ, ਏਕਾ ਪੁਰਖ ਸਵਾਈ ਨਾਰ। ਪ੍ਰਮਾਤਮਾ ਸਾਡਾ ਪਤੀ ਆ, ਅਸੀਂ ਸਾਰੇ ਇਸਤਰੀ ਰੂਪ ਵਿੱਚ, ਜਗਿਆਸੂ ਰੂਪ ਵਿੱਚ ਉਸ ਪ੍ਰਮਾਤਮਾ ਦੀਆਂ ਇਸਤਰੀਆਂ ਹਾਂ। ਜਿੰਨਾ ਚਿਰ ਸਾਡਾ ਆਪਣੇ ਮੂਲ ਪ੍ਰਮਾਤਮਾ ਦੇ ਨਾਲੋਂ
ਜਿਹਨੂੰ ਰੋਜ਼ ਆਪਾਂ ਪੜ੍ਹਦੇ ਹਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਉ ਕੀਹਾ ਕਾੜਾ ਜਿਉ। ਐਸੇ ਮਾਤਾ ਪਿਤਾ ਔਰ ਸਨੇਹੀ ਦੇ ਨਾਲੋਂ ਜਦੋਂ ਸਾਡਾ ਵਿਛੋੜਾ ਪਿਆ ਹੋਇਆ, ਫਿਰ ਧੀਰਜ ਕਿਵੇਂ ਆ ਸਕਦਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਛੋੜੇ ਦੇ ਦੁੱਖ ਨੂੰ ਬਹੁਤ ਵੱਡਾ ਗਿਣਨਾ ਕੀਤਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਜਦੋਂ ਦੁੱਖਾਂ ਦੀ ਗੱਲ ਗਿਣਨਾ ਕੀਤੀ ਆ, 4 ਦੁੱਖ ਗਿਣੇ ਆ, ਉਹਦੇ ਵਿੱਚੋਂ ਸਭ ਤੋਂ ਸਰਮੌਰ ਦੁੱਖ ਜਿਹੜਾ ਉਹ ਵਿਛੋੜੇ ਦਾ ਗਿਣਨਾ ਕੀਤਾ। ਇੱਕ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇੱਕ ਵਿਛੋੜੇ ਦਾ ਦੁੱਖ ਆ। ਦੂਜਾ ਮਾਈ ਕੀ ਤ੍ਰਿਸ਼ਨਾ ਦੀ ਭੁੱਖ ਦਾ ਦੁੱਖ ਹੈ। ਮਨੁੱਖ ਕੁਝ ਪ੍ਰਾਪਤ ਕਰਨਾ ਚਾਹੁੰਦਾ, ਪ੍ਰਾਪਤ ਹੁੰਦਾ ਨਹੀਂ, ਦੁਖੀ ਹੁੰਦਾ। ਔਰ ਤੀਜਾ ਕੀ ਆ? ਜਮਦੂਤਾਂ ਦਾ ਦੁੱਖ, ਜਿਹੜਾ 4 ਦੁੱਖ ਹੈ। ਪੰਜਵਾਂ ਹੈਗਾ ਸਰੀਰ ਨੂੰ ਕੋਈ ਨਾ ਕੋਈ ਬਿਮਾਰੀ ਅਸਾਧ ਲੱਗ ਜਾਣੀ, ਰੋਗ ਲੱਗ ਜਾਣਾ। 4 ਦੁੱਖ ਵੱਡੇ ਆ। ਪਰ ਵਿਛੋੜੇ ਦਾ ਦੁੱਖ ਜਿਹੜਾ ਇਹ ਬਹੁਤ ਔਖਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਕੋਈ ਹੱਠ ਦੇ ਨਾਲ ਆਪਣੇ ਸਰੀਰ ਨੂੰ ਅਨੇਕਾਂ ਤੰਗੀਆਂ ਦਵਾ ਸਕਦਾ ਔਰ ਅਨੇਕ ਪ੍ਰਕਾਰ ਦੇ ਕਸ਼ਟ ਸਹਿ ਸਕਦਾ, ਜੰਬੂਰਾਂ ਦੇ ਨਾਲ ਮਾਸ ਵੀ ਤੋੜਾ ਸਕਦਾ। ਪਰ ਵਿਛੋੜੇ ਦਾ ਸਲ ਜਿਹੜਾ ਸਹਿਣਾ ਇਹ ਬਹੁਤ ਔਖਾ ਹੈ। ਸਾਹਿਬਾਂ ਦਾ ਵਚਨ ਹੈ, ਵਿਛੋਹੇ ਜੰਬੂਰ। ਜੰਬੂਰ ਹੁੰਦਾ ਸੰਨੀ ਜਿਹਦੇ ਨਾਲ ਸੋ ਲੋਹਾ ਫੜਿਆ ਜਾਂਦਾ। ਵਿਛੋੜੇ ਦੀ ਸੰਨੀ ਜਿਹੜੀ ਆ, ਖਵੇ ਨਾ ਬੰਜਨ ਗਾਫੜੇ, ਉਹ ਸਹਿਆ ਨਹੀਂ ਜਾਂਦਾ, ਬੜਾ ਗਾਖੜਾ। ਜੇ ਸੋ ਧਨੀ ਮਿਲਨ ਸੁਖ ਸਮੂਹਾਂ ਬਾਰੇ। ਬਸ ਵਿਛੋੜੇ ਦਾ ਦੁੱਖ, ਵਿਛੋੜੇ ਦਾ ਸਲ ਤਾਦੀ ਦੂਰ ਹੁੰਦਾ ਹੈ ਜੇ ਆਪਣੇ ਪਿਆਰੇ ਦੇ ਨਾਲ ਮਿਲਾਪ ਹੋ ਜਾਵੇ। ਔਰ ਆਪਾਂ ਦੇਖਦੇ ਹਾਂ, ਮਾਂ ਦੇ ਨਾਲੋਂ ਪੁੱਤਰ ਦਾ ਵਿਛੋੜਾ ਪੈ ਗਿਆ, 5-7 ਦਿਨ ਉਹ ਘਰ ਨਹੀਂ ਆਇਆ, ਮਾਂ ਰੋਂਦੀ ਆ, ਕਰਲਾਉਂਦੀ ਆ ਔਰ ਨੀਂਦ ਵੀ ਹਰਾਮ ਹੋ ਗਈ ਆ। ਪਰ ਅਚਾਨਕ ਉਹ ਘਰ ਵਿੱਚ ਆ ਜਾਂਦਾ ਔਰ ਉਹ ਹੀ ਰੋਣਾ ਤੋਂ ਇੱਕਦਮ ਖੁਸ਼ੀਆਂ ਵਿੱਚ ਬਦਲ ਜਾਂਦਾ, ਕਿਉਂਕਿ ਮਿਲਾਪ ਹੋ ਗਿਆ। ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਆ ਕਿ ਭਾਵੇਂ ਸੰਸਾਰ ਦਾ ਸਾਰਾ ਸੁੱਖ ਆਰਾਮ ਮਨੁੱਖ ਦੇ ਕੋਲ ਹੋਵੇ, ਪਰ ਫਿਰ ਵੀ ਆਪਾਂ ਦੇਖਦੇ ਹਾਂ ਮਨੁੱਖ ਪਰੇਸ਼ਾਨ ਹੈ, ਅਸ਼ਾਂਤ ਹੈ। ਆਪਾਂ ਹੁਣ ਦੇਖਦੇ ਹਾਂ ਕਈਆਂ ਕੋ ਕਰੋੜਾਂ ਕਰੋੜਾਂ ਅਰਬਾਂ ਅਰਬਾਂ ਰੁਪਏ ਆ, ਬੜੇ ਮਹਿਲ ਮਾਲੀਆਂ, ਵੱਡੀਆਂ ਕਾਰਾਂ, ਪਰ ਜਿੰਨਾ ਕਾਰੋਬਾਰ ਆ ਉਨੀਆਂ ਗੋਲੀਆਂ ਖਾ ਕੇ ਰਾਤ ਨੂੰ ਨੀਂਦ ਆਉਂਦੀ ਆ। ਕਾਰਨ ਕੀ ਆ? ਅੰਦਰ ਇੱਕ ਆਪਣੇ ਮੂਲ ਦੇ ਨਾਲੋਂ ਵਿਛੋੜਾ ਪਿਆ ਹੋਇਆ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਸਾਡਾ ਮੂਲ ਕੀ ਹੈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਰ। ਸਾਡਾ ਮੂਲ ਹੈ ਜੋਤ ਸਰੂਪ ਪ੍ਰਮਾਤਮਾ। ਜਿੰਨਾ ਚਿਰ ਆਪਾਂ ਜੋਤ ਸਰੂਪ ਪ੍ਰਮਾਤਮਾ ਦੇ ਨਾਲ ਮਿਲ ਨਹੀਂ ਜਾਂਦੇ, ਉਹਨਾਂ ਚਿਰ ਆਵਾਗਾਉਣ ਦਾ ਚੱਕਰ ਨਹੀਂ ਮੁੱਕਦਾ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਵਿਰਖ ਜੋਇਓ। ਫਿਰ ਜਾ ਕੇ ਕਿਤੇ ਪ੍ਰਮਾਤਮਾ ਕਿਰਪਾ ਕਰਕੇ ਮਨੁੱਖਾ ਜਨਮ ਦੀ ਦਾਤ ਦੇਵੇਗਾ ਤੇ ਫਿਰ ਹੁਕਮ ਹੈ ਕਿ ਮਿਲ ਜਗਦੀਸ਼ ਮਰਨ ਕੀ ਵਰੀਆ, ਚਿਰੰਕਾਲੇ ਦੇ ਸੰਜਰੀਆ। ਨਾ ਇਸ ਮੌਕੇ ਨੂੰ ਸਾਂਭਾਂਗੇ ਫਿਰ ਉਹੀ 84 ਦਾ ਚੱਕਰ ਚੱਲਦਾ ਰਹੇਗਾ। ਸਤਿਗੁਰੂ ਕਹਿੰਦੇ, ਜਿੰਨਾ ਮਰਜੀ ਧਨ ਪਦਾਰਥ ਸੁੱਖ ਆਰਾਮ ਮਨੁੱਖ ਨੂੰ ਪ੍ਰਾਪਤ ਹੋ ਜਾਵੇ, ਪਰ ਜਿੰਨਾ ਚਿਰ ਪ੍ਰੇਮ ਸਰੂਪ ਪ੍ਰਮਾਤਮਾ ਦਾ ਰੂਪ ਕੀ ਹੈ? ਸਤਿਗੁਰਾਂ ਨੇ ਪ੍ਰੇਮ ਵਰਤਿਆ। ਕਲਗੀਧਰ ਪਾਤਸ਼ਾਹ ਜੀ ਨੇ ਜਾਪ ਸਾਹਿਬ ਵਿੱਚ ਲਿਖਿਆ ਕਿ ਪ੍ਰਮਾਤਮਾ ਕੀ ਹੈ? ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਅਨੁਰਾਗ ਦਾ ਭਾਗ ਆ ਪਿਆਰ। ਉਹ ਪ੍ਰਮਾਤਮਾ ਪਿਆਰ ਰੂਪ ਹੋ ਕਰਕੇ ਹਰ ਥਾਵਾਂ ਵਿੱਚ ਰਮਿਆ ਹੋਇਆ। ਸਤਿਗੁਰੂ ਕਹਿੰਦੇ, ਜੇ ਇਸ ਆਤਮਾ ਦਾ ਪ੍ਰਮਾਤਮਾ ਦੇ ਨਾਲੋਂ ਵਿਛੋੜਾ ਪਿਆ ਹੋਇਆ, ਉਹਨੂੰ ਕਦੀ ਵੀ ਧੀਰਜ ਨਹੀਂ ਆ ਸਕਦਾ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਧੋਹ। ਇੱਕ ਗਲਤੀ ਮਨੁੱਖ ਨੇ ਹੋਰ ਕਰ ਲਈ ਆ, ਔਰ ਸੰਸਾਰ ਦੇ ਸੱਜਣ ਜਿਹੜੇ ਕੇਵਲ ਖਾਣ ਪੀਣ ਔਰ ਆਪਣੀ ਗਰਜ ਦੇ ਮਿੱਤਰ ਆ, ਔਰ ਜਿੰਨਾ ਚਿਰ ਉਹਨਾਂ ਦੀ ਗਰਜ ਪੂਰੀ ਹੁੰਦੀ ਆ ਉਨਾ ਚਿਰ ਉਹ ਵਾਹ-ਵਾਹ ਕਰਦੇ ਆ ਔਰ ਸਾਥ ਦਿੰਦੇ ਆ। ਜਦੋਂ ਉਹਨਾਂ ਦੀ ਗਰਜ ਪੂਰੀ ਨਹੀਂ ਹੁੰਦੀ
ਔਰ ਉਦੋਂ ਹੀ ਸਾਥ ਛੱਡ ਜਾਂਦੇ ਆ। ਔਰ ਸਤਿਗੁਰਾਂ ਨੇ ਬਾਣੀ ਵਿੱਚ ਲਿਖਣਾ ਕੀਤਾ, ਇਹ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦੀਸੈ ਮਨ ਮੇਰੇ, ਤੇ ਸਭ ਆਪਣੇ ਸੁਆਉ ਮਲਾਸਾ, ਜਿਤ ਦਿਨ ਇਨਕਾ ਸੁਆਉ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਢੁਕਾਸਾ। ਹਰ ਰੋਜ਼ ਆਪਾਂ ਪੜ੍ਹਦੇ ਹਾਂ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੇ, ਬਿਪਤ ਭਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੇ। ਸਤਿਗੁਰੂ ਕਹਿੰਦੇ ਕੱਚੇ ਮਿੱਤਰਾਂ ਦੇ ਨਾਲ ਮਿੱਤਰਤਾ ਹੀ ਪਾ ਲਈ ਆ। ਜਿਹੜਾ ਅਸਲੀ ਮਿੱਤਰ ਸੀ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਸਾਰੇ ਸ਼ਾਹਾਂ ਦਾ ਸ਼ਾਹ ਜੋ ਮਿੱਤਰ ਪ੍ਰਮਾਤਮਾ ਸੀ, ਗੁਰੂ ਸੀ, ਉਸ ਦੇ ਨਾਲ ਇਸ ਨੇ ਮਿੱਤਰਤਾ ਨਹੀਂ ਪਾਈ। ਸਤਿਗੁਰੂ ਗਰੀਬ ਨਵਾਜ ਕਹਿੰਦੇ ਫਿਰ ਹੋਰ ਗਲਤੀ ਕੀਤੀ ਹੈ ਇਸਨੇ। ਇੱਕ ਤਾਂ ਪ੍ਰਮਾਤਮਾ ਜੋ ਸੱਜਣ ਸੀ ਉਸ ਨੂੰ ਭੁਲਾ ਦਿੱਤਾ, ਤੇ ਪਿਆਰ ਇਸ ਨੇ ਕਿਹਦੇ ਨਾਲ ਪਾਉਣਾ ਕੀਤਾ? ਧੋ ਦਾ ਭਾਵ ਧਰੋ ਕਮਾਉਣ ਵਾਲੀ ਮਾਇਆ ਦੇ ਨਾਲ, ਜੋ ਹਰ ਇੱਕ ਦੇ ਨਾਲ ਧਰੋ ਕਮਾਉਂਦੀ ਆ। ਆਪਾਂ ਦੇਖਦੇ ਹਾਂ, ਆਪਾਂ ਮਾਇਆ ਦੇ ਨਾਲ ਪਿਆਰ ਕਰਦੇ ਹਾਂ, ਪਰ ਮਾਇਆ ਸਾਡੇ ਨਾਲ ਕੋਈ ਪਿਆਰ ਨਹੀਂ ਕਰਦੀ। ਅੱਜ ਕੋਈ ਅਮੀਰ ਆ, ਕੱਲ ਨੂੰ ਗਰੀਬ ਹੋ ਸਕਦਾ, ਔਰ ਮਾਇਆ ਜਿਹੜੀ ਆ ਉਹ ਛੱਡਣ ਲੱਗਿਆਂ ਦੇਰ ਨਹੀਂ ਕਰਦੀ। ਤਾਂ ਤੇ ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਦੂਸਰਾ ਕਾਰਨ ਹੈ ਇਹਦੇ ਦੁਖੀ ਹੋਣ ਦਾ, ਗੁਰੂ ਰੂਪੀ ਪ੍ਰਮਾਤਮਾ ਰੂਪੀ ਸੱਜਣ ਨੂੰ ਛੱਡ ਕਰਕੇ, ਮਿੱਤਰ ਨੂੰ ਛੱਡ ਕਰਕੇ, ਤੇ ਮਾਇਆ ਦੇ ਵਿੱਚ ਮਨੁੱਖ ਖਚਿਤ ਹੋ ਗਿਆ, ਜੋ ਹਰ ਸਮੇਂ ਇਸ ਨੂੰ ਧੋਖਾ ਦਿੰਦੀ ਆ। ਪੁੱਤਰ ਕਲਤਰ ਨਾ ਸੰਗ ਤਨਾ, ਹਰ ਅਬਨਾਸੀ ਓਹੋ। ਆਪਾਂ ਵੀ ਦੇਖਦੇ ਆ, ਸਤਿਗੁਰਾਂ ਨੇ ਬੜੇ ਵਿਸਤਾਰ ਦੇ ਨਾਲ ਕਹਿ ਦਿੱਤਾ। ਪੁੱਤਰ ਦਾ ਭਾਵ ਧੀਆਂ ਪੁੱਤਰ, ਕਲਤਰ ਇਸਤਰੀ ਨੂੰ ਕਿਹਾ, ਧਨ ਦਾ ਭਾਵ ਮਾਇਆ। ਸਤਿਗੁਰੂ ਗਰੀਬ ਨਵਾਜ ਕਹਿੰਦੇ ਇਸ ਸੰਸਾਰ ਦੇ ਵਿੱਚ ਮਨੁੱਖ ਧੀਆਂ ਪੁੱਤਰਾਂ ਨਾਲ, ਇਸਤਰੀ ਨਾਲ, ਪਤੀ ਨਾਲ ਬੜਾ ਪਿਆਰ ਕਰਦਾ, ਔਰ ਇਹਨਾਂ ਨੂੰ ਆਪਣੇ ਜਾਣਦਾ, ਆਪਣੇ ਆਪਣੇ ਕਹਿ ਕੇ ਇਹਨਾਂ ਨੂੰ ਸਤਿਕਾਰਦਾ। ਪਰ ਸਤਿਗੁਰੂ ਕਹਿੰਦੇ ਯਾਦ ਰੱਖ, ਇੱਕ ਦਿਨ ਐਸਾ ਆਉਣਾ ਹੈ, ਉਸ ਵੇਲੇ ਧਨ ਲੋਕਾਂ, ਧਨ ਭਸਮੇ ਢੇਰੀ, ਸਰੀਰ ਤੇਰਾ ਮਿੱਟੀ ਹੋ ਜਾਣਾ, ਔਰ ਧਨ ਜਿਹੜਾ ਉਹ ਵਾਰਸਾਂ ਨੇ ਵੰਡ ਲੈਣਾ। ਸਤਿਗੁਰੂ ਕਹਿੰਦੇ ਤੇਰੀ ਅਜੀਬ ਆਤਮਾ ਦੇ ਨਾਲ ਨਹੀਂ ਜਾਣਾ। ਨਾਲ ਜਾਣ ਵਾਲੀ ਕਿਹੜੀ ਵਸਤੂ ਹੈ? ਹਰ ਅਬਨਾਸੀ, ਉਹ ਨਾਸ਼ ਤੋਂ ਰਹਿਤ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਉਹ ਜੀਵ ਆਤਮਾ ਦੇ ਨਾਲ ਜਾਂਦਾ। ਸੁਖਮਨੀ ਸਾਹਿਬ ਵਿੱਚ ਅਕਸਰ ਆਪਾਂ ਪੜ੍ਹਦੇ ਹਾਂ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਫਿਰ ਸਤਿਗੁਰੂ ਕਹਿੰਦੇ ਫਿਰ ਕੀ ਕਰ? ਕਹਿੰਦੇ ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਘਨੇਰੇ। ਇੱਥੇ ਵੀ ਸੁਖ, ਪਰਲੋਕ ਦੇ ਵਿੱਚ ਵੀ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੈ ਮਾਨ, ਪੰਚੇ ਪਾਵੈ ਦਰਗਾਹ ਮਾਨ ਦਾ ਸਤਿਕਾਰ ਮਿਲੇਗਾ। ਦਰਗਾਹ ਦੇ ਵਿੱਚ ਰੇਰੇ ਦਰਗਾਹ ਕਹਿਆ ਨਾ ਕੋ, ਆਓ ਬੈਠ ਆਦਰ ਸ਼ੁਭ ਦੇਵ ਦਾ ਸਤਿਕਾਰ ਪ੍ਰਾਪਤ ਹੋਵੇਗਾ। ਪਰ ਤਾਂ ਸਤਿਕਾਰ ਪ੍ਰਾਪਤ ਹੋਵੇਗਾ ਜੇ ਤੂੰ ਆਪਣੀ ਮਿੱਤਰਤਾ ਆਪਣੇ ਮਾਲਕ ਪ੍ਰਮਾਤਮਾ ਦੇ ਨਾਲ ਪਾਏਗਾ। ਪਲਚ ਪਲਚ ਸਗਲੀ ਮੋਈ, ਝੂਠਾ ਧੰਦਾ ਮੋਹ। ਸਤਿਗੁਰੂ ਗਰੀਬ ਨਵਾਜ ਕਹਿੰਦੇ ਅਸੀਂ ਦੇਖਦੇ ਹਾਂ, ਸਾਰਾ ਸੰਸਾਰ ਵੀ ਦੇਖਦਾ। ਪਲਚ ਦਾ ਭਾਵ ਹੁੰਦਾ ਖਚਿਤ ਹੋਣਾ। ਇਹ ਸੰਸਾਰਿਕ ਧੰਦਿਆਂ ਦੇ ਵਿੱਚ ਖਚਿਤ ਹੋ ਕਰਕੇ ਇਸ ਸੰਸਾਰ ਤੋਂ, ਸੰਸਾਰ ਦੇ ਲੋਕ ਮਰੀ ਜਾ ਰਹੇ ਆ, ਤੁਰੀ ਜਾ ਰਹੇ ਆ, ਪਰ ਆਪਣਾ ਮਨ ਇਸ ਗੱਲ ਉੱਤੇ ਪੂਰਨ ਤੌਰ ਤੇ ਪਤੀਜਦਾ ਨਹੀਂ ਕਿ ਮੈਂ ਵੀ ਇਸ ਸੰਸਾਰ ਤੋਂ ਤੁਰ ਜਾਣਾ। ਆਪਾਂ ਸਮਝਦੇ ਹਾਂ ਮੌਤ ਦੂਜਿਆਂ ਵਾਸਤੇ ਬਣੀ ਆ, ਪਰ ਪਤਾ ਉਦੋਂ ਲੱਗਣਾ ਜਦੋਂ ਜਮ ਕਾ ਡੰਡ ਮੂੰਡ ਮੈਂ ਲਾਗੇ ਖਿਨ ਮੈਂ ਕਰੇ ਨਵੇਰਾ। ਜਦੋਂ ਜਮਦੂਤ ਦਾ ਡੰਡਾ ਸਿਰ ਉੱਤੇ ਪਿਆ, ਸਾਰਾ ਧਰਿਆ ਧਰਾਇਆ ਇੱਥੇ ਰਹਿ ਜਾਣਾ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਆ, ਜਦੋਂ ਆਪਾਂ ਸੋਦਰ ਦਾ ਪਾਠ ਪੜ੍ਹਦੇ ਆ, ਕਹਿੰਦੇ ਸੰਸਾਰ ਇੱਕ ਸਰੋਵਰ ਹੈ, ਇਹਦੇ ਵਿੱਚ ਪਾਣੀ ਤਾਂ ਹੁੰਦਾ ਨਾ ਅੱਗ ਨੂੰ ਬੁਝਾਉਣ ਵਾਲਾ, ਪਰ ਇੱਥੇ ਈਰਖਾ ਦਵੈਸ਼ ਔਰ ਇਸੇ ਪ੍ਰਕਾਰ ਤ੍ਰਿਸ਼ਨਾ ਦੀ ਅੱਗ ਦਾ ਪਾਣੀ ਆ। ਮਨੁੱਖ ਗੋਤੇ ਖਾਂਦਾ ਇਹਦੇ ਵਿੱਚ, ਔਰ ਮੋਹ ਦਾ ਚਿੱਕੜ ਹੈ। ਅਸੀਂ ਦੇਖ ਰਹੇ ਹਾਂ ਬਾਕੀ ਫਸੇ ਆ, ਪਰ ਆਪਾਂ ਵੀ ਉਹਨਾਂ ਦੇ ਮਗਰ ਫਸੀ ਜਾ ਰਹੇ ਹਾਂ।
ਤਿਤ ਸਰਵਰੜੇ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ ਪੰਕਜ। ਪੰਕਜ ਦਾ ਭਾਵ ਚਿੱਕੜ। ਪੰਕਜ ਮੋਹ ਪਗ ਨਹੀਂ ਚਾਲਿਆ, ਹਮ ਦੇਖਾ ਤੈ ਡੂਬੀ ਅਲੇ। ਪਰ ਹੁੰਦਾ ਕੀ ਆ, ਮਨ ਏਕ ਨਾ ਚੇਤਸ ਮੂੜ ਮਨਾ। ਮੂਰਖ ਮਨ ਫਿਰ ਵੀ ਪ੍ਰਮਾਤਮਾ ਦਾ ਭਜਨ ਸਿਮਰਨ ਨਹੀਂ ਕਰਦਾ ਕਿ ਮੈਂ ਪ੍ਰਮਾਤਮਾ ਦਾ ਭਜਨ ਸਿਮਰਨ ਕਰਕੇ ਇਸ ਮੋਹ ਦੇ ਚਿੱਕੜ ਤੋਂ ਨਿਕਲ ਜਾਵਾਂ। ਸਤਿਗੁਰੂ ਨੇ ਨਿਕਲ ਦਾ ਰਸਤਾ ਦੱਸਿਆ। ਕਹਿੰਦੇ ਨਿਕਸਰੇ ਪੰਖੀ, ਪੰਖੀ ਆਤਮਾ ਨੂੰ ਕਿਹਾ, ਨਿਕਸਰੇ ਪੰਖੀ ਸਿਮਰ ਹਰ ਪਾਂਖ। ਸਿਮਰਨ ਦੇ ਖੰਭਾਂ ਦੇ ਨਾਲ ਤੂੰ ਉਡਾਰੀ ਲਾ ਕੇ ਨਿਕਲ ਸਕਦਾ। ਜੇ ਤੂੰ ਸਿਮਰਨ ਨਾ ਕਰੇਗਾ ਤੇ ਫਿਰ ਮੋਹ ਦੇ ਮਾਇਆ ਦੇ ਚਿੱਕੜ ਵਿੱਚ ਫਸ ਕੇ ਤੇ ਜਿਵੇਂ ਲੋਕ ਗਰਕ ਹੋ ਰਹੇ ਆ, ਤਿਵੇਂ ਤੂੰ ਵੀ ਇਸ ਸੰਸਾਰ ਵਿੱਚ ਆਪਣਾ ਜੀਵਨ ਬਰਬਾਦ ਕਰ ਜਾਏਗਾ। ਇਕ ਹਰ ਕੇ ਨਾਮ ਬਿਨ ਅੱਗੇ ਲਈ ਹੈ ਖੋਹੇ। ਇੱਕ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਕਈ ਵਾਰ ਆਪਾਂ ਦੇਖਦੇ ਆ ਕਰਮ ਧਰਮ ਕਰਦੇ ਆ, ਧੂਪ ਦਿਖਾਉਂਦੇ ਆ, ਕੋਈ ਪਿੱਪੜਾਂ ਨੂੰ ਦਿੰਦਾ, ਕੋਈ ਦੇਵੀ ਦੇਵਤਿਆਂ ਨੂੰ ਦਿੰਦਾ, ਕੋਈ ਹੋਰ ਜਗ ਕਰਦਾ। ਪਰ ਸਤਿਗੁਰੂ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਇਹ ਸਾਰੇ ਜਿੰਨੇ ਵੀ ਕਰਮ ਧਰਮ ਹੈ, ਇਹ ਰਸਤੇ ਵਿੱਚ ਜਮਦੂਤ ਖੋਹ ਲੈਂਦੇ ਆ। ਅੱਗੇ ਲਈਆ ਖੋਹੇ, ਸਾਹਿਬਾਂ ਦਾ ਵਚਨ ਹੈ। ਕਹਿੰਦੇ ਕਰਮ ਧਰਮ ਪਾਖੰਡ ਜੋ ਦਿਸੈ। ਉਹ ਧਰਮ ਦੇ ਕਰਮ ਜਿਹੜੇ ਪਖੰਡ ਬਣ ਕੇ ਰਹਿ ਗਏ। ਜੋ ਕਰਨਾ ਸੀ ਉਹ ਕਰਦਾ ਨਹੀਂ ਮਨੁੱਖ, ਕੇਵਲ ਕਰਮ ਕਾਂਡ ਵਿੱਚ ਫਸ ਗਿਆ। ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਾਗਾਤੀ ਲੂਟੈ। ਤੇ ਨਾਲ ਨਿਭਣ ਵਾਲੀ ਕਿਹੜੀ ਵਸਤੂ ਹੈ? ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਦਇਓ ਵਿਸਾਰ ਵਿਗੂਚਣਾ, ਪ੍ਰਭ ਬਿਨ ਅਵਰ ਨਾ ਕੋਏ। ਦਈ ਦਾ ਭਾਵ ਹੈ ਪ੍ਰਮਾਤਮਾ। ਪ੍ਰਮਾਤਮਾ ਨੂੰ ਵਿਸਾਰ ਕੇ, ਪ੍ਰਮਾਤਮਾ ਨੂੰ ਭੁੱਲ ਕੇ। ਉਂਝ ਬਾਬਾ ਫਰੀਦ ਜੀ ਨੇ ਬੜਾ ਸੁੰਦਰ ਫਰਮਾਨ ਕੀਤਾ। ਕਹਿੰਦੇ ਠੀਕ ਹੈ ਜੇ ਤੈਂ ਰੱਬ ਵਿਸਾਰਿਆ, ਰੱਬ ਨਾ ਵਿਸਰਿਓ। ਕਹਿੰਦੇ ਤੂੰ ਰੱਬ ਨੂੰ ਭੁਲਾ ਦਿੱਤਾ, ਪਰ ਰੱਬ ਨੇ ਤੈਨੂੰ ਨਹੀਂ ਭੁਲਾਇਆ। ਉਹ ਤੇਰੇ ਕਰਮਾਂ ਨੂੰ ਦੇਖਦਾ ਔਰ ਤੇਰੇ ਆਚਾਰ ਵਿਵਹਾਰ ਨੂੰ ਦੇਖਦਾ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਫਰਮਾਨ ਕਰਤੇ ਆ, ਪ੍ਰਮਾਤਮਾ ਨੂੰ ਭੁਲਾ ਕੇ ਪੱਲੇ ਵਿਗੁਚਣਾ ਦਾ ਭਾਵ ਖੁਆਰੀ, ਖੁਆਰੀ ਹੀ ਪੱਲੇ ਪੈਂਦੀ ਆ। ਔਰ ਇੱਕ ਪ੍ਰਮਾਤਮਾ ਤੋਂ ਬਗੈਰ ਮਨੁੱਖ ਸਾਰੀ ਉਮਰ ਖੁਆਰੀ ਭੋਗਦਾ ਇਸ ਸੰਸਾਰ ਤੋਂ ਤੁਰ ਜਾਂਦਾ। ਪੰਜਵੇਂ ਪਾਤਸ਼ਾਹ ਜੀ ਦਾ ਫਰਮਾਨ ਆਪਾਂ ਪੜ੍ਹਦੇ ਹਾਂ, ਹਰ ਬਿਸਰਤ ਸਦਾ ਖੁਆਰੀ। ਹਰੀ ਪ੍ਰਮਾਤਮਾ ਨੂੰ ਵਿਸਰਨ ਕਰਕੇ ਇੱਕ ਸਹਰ ਕੇ ਨਾਮ। ਔਰ ਸਤਿਗੁਰੂ ਕਹਿੰਦੇ ਦਇਜ ਵਿਸਾਰ ਵਿਗੁਚਣਾ। ਦਇਜ ਨੂੰ ਭੁਲਾ ਕੇ, ਪ੍ਰਮਾਤਮਾ ਨੂੰ ਭੁਲਾ ਕੇ ਪੱਲੇ ਖੁਆਰੀ ਪੈਂਦੀ ਆ। ਹਰ ਵਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਵਿਆਪੇ, ਜਾਕੋ ਓਟ ਤਿਹਾਰੀ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਬ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲਿਆ ਗੋਹਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਉਹ ਅਸਲੀ ਸੁਖ ਦਾ ਮਾਲਕ ਹੈ, ਸੁਖੀ ਹੈ, ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਗਿਆ। ਸਤਿਗੁਰੂ ਕਹਿੰਦੇ ਮੈਂ ਉਹ ਤੋਂ ਬਲਿਹਾਰ ਜਾਂਦਾ ਹਾਂ। ਪ੍ਰੀਤਮ ਚਰਣੀ ਜੋ ਲੱਗੇ, ਤਿਨ ਕੀ ਨਿਰਮਲ ਸੋਏ। ਪ੍ਰੀਤਮ ਦੇ ਚਰਨ ਕਿਹੜੇ ਆ? ਪ੍ਰਮਾਤਮਾ ਦੇ ਚਰਨ ਕੀ ਆ? ਚਿਤ ਚਰਨ ਨਾਮ। ਪ੍ਰਮਾਤਮਾ ਦੇ ਨਾਮ ਦੇ ਨਾਲ ਜੋ ਰੂਹਾਂ ਜੁੜ ਜਾਂਦੀਆਂ, ਜੋ ਪ੍ਰਮਾਤਮਾ ਦਾ ਨਾਮ ਜਪਦੇ ਆ, ਉਹਨਾਂ ਦੀ ਨਿਰਮਲ ਸੋਏ। ਸੋਏ ਦਾ ਭਾਵ ਸੋਭਾ ਪਵਿੱਤਰ ਹੋ ਜਾਂਦੀ ਆ। ਔਰ ਉਹਨਾਂ ਦੀ ਸੋਭਾ ਜੁਗਾਂ ਜੁਗਾਂਤਰਾਂ ਤੱਕ ਹੁੰਦੀ ਰਹਿੰਦੀ ਹੈ। ਅਮੀਰ ਤੋਂ ਲੈ ਕੇ ਗਰੀਬ ਤੱਕ, ਰਾਜੇ ਤੋਂ ਲੈ ਕੇ ਮਹਾਰਾਜੇ ਤੱਕ ਉਹਨਾਂ ਦੀ ਜੈ ਜੈਕਾਰ ਕਰਦੇ ਆ। ਸਾਹਿਬਾਂ ਨੇ ਬਾਣੀ ਅੰਦਰ ਫਰਮਾਨ ਕੀਤਾ ਤੀਸਰੇ ਸਰੂਪ ਵਿੱਚ ਕਿ ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਕਿਹਨਾਂ ਦੀ? ਕੋਈ ਨਾ ਮੇਟਣ ਹਾਰਾ, ਨਾਨਕ ਤਿਨ ਕਾ ਸਦ ਬਲਿਹਾਰੇ, ਜਨ ਹਰ ਰਾਖਿਆ ਉਰਧਾਰਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਸਾ ਰਾਗ ਅੰਦਰ ਭਗਤਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੂੰ ਲੋਕ ਨੀਵੀਂ ਜਾਤ ਦੇ ਕਹਿ ਕੇ ਤਿਰਸਕਾਰਦੇ ਸਨ। ਉਹਨਾਂ ਦੇ ਨਾਲ ਛੂਹਣ ਤੋਂ ਵੀ ਆਪਣੇ ਅੱਗੇ ਗੁਰੇਜ਼ ਕਰਦੇ ਸਨ ਔਰ ਮੰਦਾ ਚੰਗਾ ਬੋਲਦੇ ਸਨ। ਪਰ ਉਹਨਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ। ਸਾਰੇ ਪੰਡਤ ਲੋਕ ਵੀ, ਰਾਜੇ ਮਹਾਰਾਜੇ ਵੀ, ਅਮੀਰ ਵਜ਼ੀਰ, ਸਾਰੀ ਜਨਤਾ ਉਹਨਾਂ ਦੇ ਪੈਰਾਂ ਵਿੱਚ ਪੈਂਦੀ ਆ। ਉਹ ਕੌਣ ਸਨ? ਕਹਿੰਦੇ ਗੋਬਿੰਦ 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 ਸੰਗ।
ਨਾਮ ਦਿਓ ਮਨ ਲੀਣਾ, ਆਦ ਦਾਮ ਕੋ ਛੀਪਰੋ ਹੋਇਓ ਲਾਖੀਣਾ। ਬੁਨਣਾ ਤਰਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾਂ ਜੋ ਲਾਹਰਾ ਭਇਓ ਗੁਣੀ ਗਹੀਰਾ। ਰਵਿਦਾਸ ਢਵੰਤਾ ਢੋਰ ਨੀਤ, ਤਿਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ, ਹਰ ਦਰਸ਼ਨ ਪਾਇਆ। ਸੈਣ ਨਾਈ ਬੁੱਤਕਾਰੀਆ, ਉਹ ਘਰ ਘਰ ਸੁਣਿਆ। ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ। ਇਹ ਵਿਦ ਸੁਣ ਕੇ ਜਾਟ ਰੋ, ਉਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆਂ, ਧੰਨਾ ਵਡਭਾਗਾ। ਹੁਣ ਆਪਾਂ ਦੇਖਦੇ ਹਾਂ ਬਾਬਾ ਨਾਮਦੇਵ ਜੀ, ਭਗਤ ਰਵਿਦਾਸ ਜੀ, ਬਾਬਾ ਕਬੀਰ ਜੀ, ਸੈਣ ਜੀ, ਸਧਨਾ ਜੀ ਔਰ ਧੰਨਾ ਜੀ ਜਿਸ ਸਮੇਂ ਹੋਏ ਆ, ਉਸ ਸਮੇਂ ਦੇ ਰਾਜੇ ਦਾ ਨਾਮ ਕੋਈ ਨਹੀਂ ਜਾਣਦਾ। ਪਰ ਅੱਜ ਸਾਰੇ ਆਪਾਂ ਉਹਨਾਂ ਨੂੰ ਨਮਸਕਾਰ ਕਰਦੇ ਹਾਂ, ਕਿਉਂਕਿ ਉਹਨਾਂ ਦੇ ਪਵਿੱਤਰ ਮੁੱਖ ਵਾਕ ਗੁਰੂ ਗ੍ਰੰਥ ਸਾਹਿਬ ਵਿੱਚ ਸਾਜੇ ਰਾਜੇ ਮਹਾਰਾਜੇ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ। ਜਿੱਥੇ ਸਤਿਗੁਰਾਂ ਨੂੰ ਨਮਸਕਾਰ ਕਰਦੇ ਆ, ਉੱਥੇ ਉਹਨਾਂ ਦੇ ਵਚਨਾਂ ਨੂੰ ਨਮਸਕਾਰ ਕੀਤੀ ਜਾਂਦੀ ਹੈ। ਔਰ ਹਰ ਮਨੁੱਖ ਉਹਨਾਂ ਦੇ ਨਾਮ ਤੋਂ ਜਾਣੂ ਹੈ। ਸਤਿਗੁਰੂ ਕਹਿੰਦੇ ਜਿਨ੍ਹਾਂ ਦੀ ਪਰਮਾਤਮਾ ਦੇ ਨਾਲ ਲਿਵ ਲੱਗ ਜਾਂਦੀ ਆ, ਉਹਨਾਂ ਦੀ ਸੋਭਾ ਜਿਹੜੀ ਆ ਜੁਗਾ ਜੁਗਾਂਤਰਾਂ ਤੱਕ ਹੁੰਦੀ ਰਹਿੰਦੀ ਆ। ਔਰ ਉਹਨਾਂ ਦਾ ਨਾਂ ਲੈ ਕੇ ਤੇ ਗਾਂ ਪ੍ਰੇਰਨਾ ਦਿੱਤੀ ਜਾਂਦੀ ਆ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜਾਸੇ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਆਖਰੀ ਪੰਕਤੀਆਂ ਹਨ। ਸਤਿਗੁਰੂ ਕਹਿੰਦੇ ਐ ਜਗਿਆਸੂ, ਤੂੰ ਹੁਣ ਹੋਰ ਤੇ ਕੁਛ ਕਰ ਨਹੀਂ ਸਕਦਾ, ਇੱਕ ਅਰਦਾਸ ਤੇ ਗੁਰੂ ਦੇ ਚਰਨਾਂ ਵਿੱਚ ਕਰ ਸਕਦਾ ਹੈ। ਇੱਕ ਅਰਦਾਸ ਇੱਕ ਐਸਾ ਸਾਧਨ ਹੈ, ਮਨੁੱਖ ਜਿਹੜਾ ਆਪਣੇ ਜ਼ੋਰ ਦੇ ਨਾਲ, ਬਲ ਦੇ ਨਾਲ, ਤਾਕਤ ਦੇ ਨਾਲ, ਆਪਣੀ ਚਤੁਰਾਈ ਦੇ ਨਾਲ ਕੰਮ ਨਹੀਂ ਕਰ ਸਕਦਾ, ਉਹ ਗੁਰੂ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਉਸ ਕਾਰਜ ਦੀ ਪੂਰਤੀ ਕਰਦੀ ਆ, ਉਹਨੂੰ ਪੂਰਾ ਕਰਦੀ ਆ। ਔਰ ਇਸੇ ਕਰਕੇ ਹੀ ਆਪਾਂ ਪੜ੍ਹਦੇ ਵੀ ਹਾਂ, ਤੂੰ ਠਾਕਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੋਖ ਘਨੇਰੇ। ਆਪਾਂ ਪੜ੍ਹਦੇ ਹਾਂ, ਦੋਇ ਕਰ ਜੋਰ ਕਰੋ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ। ਔਰ ਜਿਹੜੀ ਅਰਦਾਸ ਕੀਤੀ ਹੋਈ ਆ, ਔਰ ਉਹ ਜਦੋਂ ਆਪਾਂ ਗੁਰੂ ਦੇ ਚਰਨਾਂ ਵਿੱਚ ਭਾਵਨੀ ਦੇ ਨਾਲ ਇਕਾਗਰਚਿਤ ਹੋ ਕਰਕੇ ਕਰਦੇ ਆ, ਉਹ ਅਰਦਾਸ ਪ੍ਰਮਾਤਮਾ ਦੇ ਦਰ ਵਿੱਚ ਪਹੁੰਚਦੀ ਆ। ਫਿਰ ਉਸ ਅਰਦਾਸ ਦੇ ਵਿੱਚ ਜੋ ਮਨੁੱਖ ਮੰਗਦਾ, ਫਿਰ ਉਹ ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਸਤਿਗੁਰੂ ਗਰੀਬ ਨਵਾਜ ਕਹਿੰਦੇ ਜਿੱਥੇ ਤੁਸੀਂ ਸੰਸਾਰ ਦੇ ਪਦਾਰਥ ਮੰਗਦੇ ਹੋ, ਮਾਣ ਮੰਗੋ, ਤਾਣ ਮੰਗੋ, ਧਨ ਲక్ష్ਮੀ ਸੁੱਤ ਦੇ ਦੀਆਂ ਦਾਤਾਂ ਮੰਗਦੇ ਹੋ, ਉੱਥੇ ਪ੍ਰਮਾਤਮਾ ਦੇ ਚਰਨਾਂ ਵਿੱਚੋਂ ਪ੍ਰਮਾਤਮਾ ਦੇ ਨਾਮ ਦੀ ਮੰਗ ਵੀ ਮੰਗਣੀ ਆ, ਅਰਦਾਸ ਕਰਨੀ ਆ। ਦਾਤਾ ਬਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ। ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹੋ ਤੈ ਪੈ ਮੰਗੋ ਦੇਹੋ, ਆਪਣਾ ਨਾਮ। ਦਾਤਾ ਜੇ ਤਰੁੱਠੇ ਹੋਏ ਤਾਂ ਫਿਰ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਏ। ਔਰ ਜਿਹੜਾ ਨਾਮ ਨੂੰ ਛੱਡ ਕੇ ਹੋਰ ਮੰਗਦਾ ਮਨੁੱਖ, ਉਹਨੂੰ ਦੁੱਖ ਹੀ ਪੱਲੇ ਪੈਂਦਾ। ਸਾਹਿਬਾਂ ਨੇ ਬਚਨ ਲਿਖਿਆ, ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ। ਤੇ ਮੰਗਣਾ ਕੀ ਆ? ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਸਤਿਗੁਰੂ ਕਹਿੰਦੇ ਜਿੱਥੇ ਸੰਸਾਰ ਦੇ ਹੋਰ ਪਦਾਰਥ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਮੰਗਦਾ ਹੈ, ਉੱਥੇ ਗੁਰੂ ਦਾ ਨਾਮ ਵੀ ਮੰਗਿਆ ਕਰ। ਵਿਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਭੇਟੈ ਹਰ ਸੋਏ। ਸੰਤ ਭੇਟੇ ਦਾ ਭਾਵ ਗੁਰੂ ਵਾਲੇ ਬਣਨਾ। ਜਿਹੜਾ ਮਨੁੱਖ ਗੁਰੂ ਵਾਲਾ ਬਣ ਜਾਂਦਾ, ਤੇ ਦੂਸਰਾ ਜਿਨ੍ਹਾਂ ਨੇ ਪਹਿਲਾਂ ਗੁਰੂ ਨੂੰ ਭੇਟਿਆ, ਗੁਰੂ ਵਾਲੇ ਬਣੇ ਆ, ਉਹਨਾਂ ਸੰਤ ਜਨਾਂ ਦੀ, ਉਹਨਾਂ ਗੁਰਮੁਖਾਂ ਦੀ ਸੰਗਤ ਕਰਨੀ। ਸੰਗਤ ਕਿਉਂ ਕਰਨੀ ਆ? ਉਹਨਾਂ ਦੀ ਸੰਗਤ ਕਰਨ ਦੇ ਨਾਲ ਤਿਨਾਂ ਦੇਖ ਮਨ ਚਾਉ ਠੰਡਾ, ਹੋਂ ਕਦ ਪਾਈ ਗੁਣ ਤਾਸਾ। ਮਨ ਵਿੱਚ ਚਾਉ ਪੈਦਾ ਹੁੰਦਾ ਕਿ ਮੈਂ ਵੀ ਆਪਣੇ ਮਾਲਕ ਦੇ ਨਾਲ ਮਿਲਾਂ। ਔਰ ਉਹਨਾਂ ਦੇ ਵਿੱਚੋਂ ਉਹਨਾਂ ਦੀਆਂ ਵੇਵ, ਉਹਨਾਂ ਦੀਆਂ ਅਰਦਾਸਾਂ, ਉਹਨਾਂ ਦੀ ਸੰਗਤ ਜਿਹੜੀ ਆ, ਉਹ ਆਤਮਾ ਨੂੰ ਉੱਚੀ ਚੁੱਕਦੀ ਆ। ਤਾਂ ਤੇ ਸਤਿਗੁਰੂ ਗਰੀਬ ਨਵਾਜ ਕਹਿੰਦੇ ਵਿਸਾਖ ਦਾ ਮਹੀਨਾ ਤਾਂ ਕੀ ਆ, ਉਹਦੀ ਸਾਰੀ ਉਮਰ ਸੋਭ ਨੀਕ ਸੁੱਖ ਆਨੰਦ ਦੇ ਨਾਲ ਬਤੀਤ ਹੋਵੇਗੀ,
ਜੋ ਗੁਰੂ ਵਾਲਾ ਬਣ ਕਰਕੇ ਸਤ ਸੰਗਤ ਵਿੱਚ ਜਾ ਕੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਆਰਾਧਨਾ ਕਰੇਗਾ, ਫਿਰ ਉਹਦਾ ਲੋਕ ਵੀ ਸੁਖੀ, ਪਰਲੋਕ ਵੀ ਸੁਹੇਲਾ, ਔਰ ਇੱਥੇ ਸੁਖ ਵਡਿਆਈਆਂ, ਦਰਗਾਹ, ਮੋਖ, ਦੁਆਰ ਦੀਆਂ ਦਾਤਾਂ ਉਹਨਾਂ ਨੂੰ ਪ੍ਰਾਪਤ ਹੋਣਗੀਆਂ। ਸੋ ਸਮਾਂ ਹੋ ਸਕਦਾ ਥੋੜਾ ਵਧੇਕ ਲੱਗ ਗਿਆ ਹੋਵੇ, ਭੁੱਲਾਂ ਚੁੱਕਾਂ ਦੀ ਖਿਮਾ। ਆਖਰੀ ਪੰਕਤੀਆਂ ਨੂੰ ਦੁਹਰਾ ਕੇ ਗੁਰੂ ਚਰਨਾਂ ਵਿੱਚੋਂ ਖਿਮਾ ਮੰਗੀਏ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਹੁਕਮ ਕਰਦੇ ਆ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਵਿਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਭੇਟੈ ਹਰ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।